ਸੇਖੋ ਸਾਹਿਬ ਜਿਹੜਾ ਬਿਆਨ ਆਇਆ ਸੀ ਪਿਛਲੇ ਦਿਨੀ ਸਿਮਰਜੀਤ ਸਿੰਘ ਬੈਂਸ ਦਾ, ਜਦੋਂ ਗੁੱਟ ਵੱਢਿਆ ਗਿਆ ਪਟਿਆਲਾ ਦੇ ਵਿੱਚ ਇੱਕ ASI ਦਾ, ਤਾਂ ਬੇਤੁਕਾ ਬਿਆਨ ਮੰਨਿਆ ਜਾਂਦਾ। ਅਜਿਹੀਆਂ ਟਿੱਪਣੀਆਂ ਅਜਿਹੇ ਲੀਡਰਾਂ ਵੱਲੋਂ ਕੀਤੀਆਂ ਜਾਣੀਆਂ ਜਿਨ੍ਹਾਂ ਦਾ ਕਿ ਆਪਦਾ ਜਿਹੜਾ ਹੈਗਾ ਬੈਕਗਰਾਊਂਡ ਹੈ, ਜਿਹੜੀ ਜੋ ਉਹਨਾਂ ਦੇ ਹਾਲਾਤ ਨੇ, ਜੋ ਕੁੱਟ ਕੇ ਹਰ ਚੀਜ਼ ਨਾਲ, ਕਰਪਸ਼ਨ ਨਾਲ, ਮਾੜੇ ਅਖਲਾਕ ਨਾਲ ਹਰ ਚੀਜ਼ ਭਰੀ ਹੋਈ ਹੈ। ਇਹੋ ਜਿਹੇ ਬੰਦੇ ਮਤਲਬ ਜਦੋਂ ਬਿਆਨ ਦਿੰਦੇ ਆ ਦੁੱਖ ਹੁੰਦਾ ਕਿ ਲੋਕਾਂ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਚੰਗੀ ਛਵੀ ਬਣੀ। ਤਾਂ ਮੈਂ ਅਗਲੀ ਵਾਰੀ ਜਦੋਂ ਬੈਠੂੰਗਾ ਮੈਂ ਫਿਰ ਫਾਈਲ ਲੈ ਕੇ ਹੀ ਬੈਠੂੰਗਾ। ਮੈਂ ਕਦੇ ਮੈਂ ਤੱਥਾਂ ਤੋਂ ਆਧਾਰਿਤ ਬਿਨਾਂ ਗੱਲ ਨਹੀਂ ਕਰਦੇ। ਬਿਲਕੁਲ ਹੈਗਾ, ਹੋਰ ਵੀ ਬਹੁਤ ਵਧੀਆ। ਜੇ ਤੁਸੀਂ ਵੀ ਕਿਤੋਂ ਲੈ ਕੇ ਆਉਂਗੇ ਤਾਂ ਇਹਦਾ ਮਤਲਬ ਰਿਕਾਰਡ 'ਚ ਕਿਤੇ ਪਈਆਂ ਨਹੀਂ, ਤਾਂ ਫਿਰ ਸਰਕਾਰ ਬੈਂਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ? ਕਿ ਇਹ ਜਿਹੇ ਲੋਕ ਸਮੇਂ ਦੀ ਲੋੜ ਬਣ ਜਾਂਦੇ ਆ ਪੋਲੀਟੀਕਲ ਬੰਦਿਆਂ ਵਾਲੇ। ਫਿਰ ਲੋਕ ਇਹਨਾਂ ਦੇ ਮਗਰ ਕਿਉਂ ਲੱਗਦੇ ਨੇ? ਕਿਉਂਕਿ ਕੋਈ ਵੱਡੀ ਪਾਰਟੀ ਜਦੋਂ ਲੋਕਾਂ ਨੂੰ ਇਹ ਪਤਾ ਲੱਗੂਗਾ ਉਹ ਨਾ ਇਹਨਾਂ ਨੂੰ ਗਾਂ ਵੋਟਾਂ ਪੈਣੀਆਂ, ਠੀਕ ਹੈ। ਇਹ ਬੰਦੇ ਤੇ ਜਿਹਦੇ ਤੇ ਬਲਾਤਕਾਰ ਦਾ ਇਲਜ਼ਾਮ ਹੋਵੇ, ਅਗਲਾ ਇਲੈਕਸ਼ਨ ਆਉਣ ਦਿਓ। ਇਹ ਜਿੱਤ ਤੁਸੀਂ ਗੱਲ ਕਰਦੇ ਹੋ, ਇਹ ਆਪਦੀ ਜ਼ਮਾਨਤ ਜੇ ਬਚਾ ਕੇ ਤਾਂ ਮਤਲਬ ਤੁਸੀਂ ਐਵੇਂ ਸਮਝੋ। ਜ਼ਮੀਨਾਂ ਦੀ ਤੁਸੀਂ ਗੱਲ ਕਰੋ, ਉਹਨਾਂ ਦਾ ਆਪਣਾ ਕਹਿੰਦੇ ਘਰ ਬੜਾ ਵੱਡਾ, ਉਹ ਖੁਦ ਹੀ ਅਮੀਰ ਇੰਨੇ ਨੇ, ਉਹਨਾਂ ਨੂੰ ਠੱਗੀਆਂ ਮਾਰਨ ਦੀ ਕੀ ਲੋੜ ਪਈ? ਅਮੀਰੀ ਤਾਂ ਹੁਣ ਤੁਸੀਂ ਦੇਖ ਲਿਆ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਹੈ ਵੀ ਕਿਸ ਤਰ੍ਹਾਂ ਦੇ ਅਮੀਰ ਤਾਂ ਹੈਗੇ ਹੀ, ਕੋਈ ਸ਼ੱਕ ਨਹੀਂ। ਇਸ ਟਾਈਮ ਇਹ 4000 ਕਰੋੜ ਰੁਪਏ ਦੇ ਮਾਲਕ ਨੇ ਘੱਟੋ ਘੱਟ। ਸਿਮਰਜੀਤ ਸਿੰਘ ਬੈਂਸ ਦੇ ਵੀ ਗਨਮੈਨ ਵਾਪਸ ਲੈ ਕੇ ਆ, ਤੁਹਾਨੂੰ ਲੱਗਦਾ ਕਿ ਇਹ ਸਹੀ ਹੈ? ਨਹੀਂ, ਗਨਮੈਨ ਵਾਪਸ ਲੈਣਾ ਤਾਂ ਕੋਈ ਹੱਲ ਹੀ ਨਹੀਂ। ਜਿਸ ਬੰਦੇ ਨੂੰ ਜੇਲ੍ਹ ਛੱਡਿਆ ਜਾ ਸਕਦਾ ਉਹਦੇ ਗਨਮੈਨ ਵਾਪਸ ਲੈਣ ਦੀ ਕੀ ਲੋੜ? ਆ ਜਿਹੜਾ ਟੋਲ ਪਲਾਜ਼ਾ ਹੈਗਾ, ਠੀਕ ਹੈ, ਇੱਥੇ ਜਾ ਕੇ ਇਹਨਾਂ ਨੇ ਧਰਨੇ ਲਾਏ ਸੀ। ਵੇਰਕਾ ਮਿਲਕ ਪਲਾਂਟ ਹੈਗਾ, ਉੱਥੇ ਜਾ ਕੇ ਧਰਨੇ ਲਾਏ ਸੀ। ਕੀ ਗੱਲ ਉਹ ਠੀਕ ਹੋ ਗਿਆ ਸਾਰਾ ਕੁਝ? ਇਲਜ਼ਾਮ ਬੜੇ ਗੰਭੀਰ ਲਗਾ ਰਹੇ ਹੋ ਸੇਖੋ ਸਾਹਿਬ। ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹ ਭੁਗਤਣੇ ਤਾਂ ਨਹੀਂ ਪੈ ਜਾਣੇ? ਫਿਰ ਜੇ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਤੱਕ ਕੋਈ ਤੱਤੀ ਹਵਾ ਲੱਗੀ ਤਾਂ ਮਤਲਬ ਮੈਂ ਤਾਂ ਇੱਕ ਸ਼ਾਇਦ ਚੰਗੇ ਕਾਜ਼ 'ਤੇ ਹੀ ਲੜਨ ਦੀ ਕੋਸ਼ਿਸ਼ ਕਰ ਰਿਹਾ। ਪਰਮਾਤਮਾ ਮੇਰੀ ਵੀ ਰਾਖੀ ਕਰੂਗਾ। ਜਦੋਂ ਪਿਛਲੀ ਵਾਰ ਇੰਟਰਵਿਊ ਕੀਤੀ ਉਹਦੇ ਵਿੱਚ ਤੁਸੀਂ ਇਹ ਵੀ ਗੱਲ ਕਹੀ ਸੀ ਕਿ ਆਸ਼ੂ ਤੇ ਬੈਂਸ ਆਪਸ 'ਚ ਮਿਲ ਇਹਨਾਂ ਦਾ ਆਸ਼ੂ ਨਾਲ ਮੇਲ ਜੋਲ ਹੈਗਾ, ਕੌਂਸਲਰ ਵਾਲਾ ਹੈ, ਕਾਂਗਰਸ ਵਾਲਾ ਨਹੀਂ। ਇਹ ਭਾਈਚਾਰਾ ਹੈ, ਠੀਕ ਹੈ। ਇਹ ਇੱਕ ਨਸਲ ਹੈ, ਸੇਮ। D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੀ ਦੁਨੀਆ ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਨਾਲ ਜੂਝ ਰਹੀ ਹੈ ਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਲੋਕਡਾਊਨ ਤੇ ਕਰਫਿਊ ਦਾ ਸਹਾਰਾ ਲੈਣਾ ਪਿਆ। ਇਹਨੂੰ ਬਰਕਰਾਰ ਰੱਖਣ ਦੇ ਲਈ ਪੰਜਾਬ ਪੁਲਿਸ ਲਗਾਤਾਰ ਡਿਊਟੀ ਕਰ ਰਹੀ ਹੈ, ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਡਿਊਟੀ ਕਰ ਰਹੀ ਹੈ। ਪਰ ਕੁਝ ਲੋਕ ਅਜਿਹੇ ਨੇ ਜੋ ਹਮਲਾ ਕਰਦੇ ਨੇ ਪੰਜਾਬ ਪੁਲਿਸ ਦੇ ਉੱਪਰ ਡਿਊਟੀ ਕਰਦੇ ਹੋਏ, ਤੇ ਕੁਝ ਅਜਿਹੇ ਲੀਡਰ ਵੀ ਨੇ ਜਿਹੜੇ ਉਹਦੇ ਉੱਪਰ ਟਿੱਪਣੀ ਕਰਦੇ ਨੇ। ਇੱਕ ਸਾਡੇ ਨਾਲ DSP ਸਾਹਿਬ ਨੇ, ਉਹਨਾਂ ਨੇ ਉਸ ਲੀਡਰ ਦੀ ਇਸ ਟਿੱਪਣੀ ਦੇ ਉੱਪਰ ਲਿਖ ਕੇ ਬਿਆਨਬਾਜ਼ੀ ਕੀਤੀ ਹੈ, ਕੁਝ ਤਿੱਖੀ ਟਿੱਪਣੀ ਕੀਤੀ ਹੈ। ਉਹ ਸਾਡੇ ਨਾਲ ਮੌਜੂਦ ਨੇ, ਤੁਸੀਂ ਸਾਰੇ ਜਾਣਦੇ ਹੋ। ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਨੇ। ਸੇਖੋਂ ਸਾਹਿਬ, ਸਵਾਗਤ ਹੈ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ। ਸੇਖੋਂ ਸਾਹਿਬ, ਜਿਹੜਾ ਬਿਆਨ ਆਇਆ ਸੀ ਪਿਛਲੇ ਦਿਨੀ ਸਿਮਰਜੀਤ ਸਿੰਘ ਬੈਂਸ ਦਾ, ਜਦੋਂ ਗੁੱਟ ਵੱਢਿਆ ਗਿਆ ਪਟਿਆਲਾ ਦੇ ਵਿੱਚ ਇੱਕ ASI ਦਾ, ਤਾਂ ਬੇਤੁਕਾ ਬਿਆਨ ਮੰਨਿਆ ਜਾਂਦਾ ਹੈ। ਲੋਕਾਂ ਦੇ ਵਿੱਚ, ਆਮ ਲੋਕਾਂ ਨੇ ਵੀ ਉਹਨੂੰ ਨਿੰਦਿਆ, ਤੁਸੀਂ ਵੀ ਨਿੰਦਿਆ। ਕੀ ਕਾਰਨ ਰਿਹਾ ਤੁਸੀਂ ਇੰਨੀ ਤਿੱਖੀ ਸ਼ਬਦਾਵਲੀ ਵਰਤੀ ਹੈ? ਦੇਖੋ ਜੀ, ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗਾ ਕਿ ਇਸ ਟਾਈਮ ਸਾਰਾ ਦੁਨੀਆ, ਫਿਰ ਆਪਣਾ ਸਾਰਾ ਮੁਲਕ, ਫਿਰ ਸਾਡਾ ਪੰਜਾਬ ਇੱਕ ਕਰੋਨਾ ਦੀ ਜਿਹੜੀ ਬਿਮਾਰੀ ਹੈ ਉਹਦੇ ਨਾਲ ਬਹੁਤ ਵੱਡੇ ਤਰੀਕੇ ਨਾਲ ਜੂਝ ਰਿਹਾ। ਇਹੋ ਜਿਹੇ ਟਾਈਮ ਦੇ ਵਿੱਚ ਜਿਹੜੀ ਹੈਗੀ ਹੈ, ਕੁਛ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਦਰਗੁਜ਼ਰ ਕਰਨ ਵਾਲੀ ਨਹੀਂ ਹੁੰਦੀਆਂ, ਜਿਹੜੀਆਂ ਲੋਕ ਭਲਾਈ ਦੇ ਕਾਰਨ ਕੀਤੀਆਂ ਜਾਂਦੀਆਂ। ਹੁਣ ਅੱਤਵਾਦ ਦਾ ਟਾਈਮ ਸੀ, ਇੱਕ ਅਲੱਗ ਡਿਫਰੈਂਟ ਟਾਈਮ ਸੀ, ਉਹਨੂੰ ਇਸ ਚੀਜ਼ ਦੇ ਨਾਲ ਜੋੜਨਾ, ਠੀਕ ਹੈ, ਉਹ ਇਹੋ ਜਿਹੇ ਟਾਈਮ ਵਿੱਚ ਵੈਸੇ ਹੀ ਸ਼ੋਭਾ ਨਹੀਂ ਦਿੰਦਾ। ਕੁਛ ਲੋਕ ਜਿਹੜੇ ਹੁਣ, ਜਿਵੇਂ ਇੱਕ ਸਾਡੇ SP ਸਾਹਿਬ ਉੱਥੇ ਐਡਮਿਟ ਪਏ ਹੈ ਲੁਧਿਆਣੇ ਦੇ ਵਿੱਚ ਹੀ, ਠੀਕ ਹੈ, ਉਹਨਾਂ ਦੀ ਫੈਮਿਲੀ ਨੂੰ ਵੀ ਇਹ ਆ ਗਿਆ। ਤਾਂ ਮਤਲਬ ਉਹ ਲੋਕ ਇਹ ਕਿੱਥੇ ਖੜਾ, ਮਤਲਬ ਜੇ ਇੱਕ ਆਦਮੀ ਨੂੰ ਇਹ ਚੀਜ਼ ਕ੍ਰੀਏਟ ਹੋ ਜਾਂਦੀ ਹੈ, ਅਤੇ ਫਿਰ ਉਹ ਮਤਲਬ ਉਸ ਦਾ ਪਰਿਵਾਰ ਅਤੇ ਉਹ ਆਪਣਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਬੰਦਿਆਂ ਨੂੰ ਇਹੋ ਜਿਹੇ ਸਮੇਂ ਵਿੱਚ ਅਜਿਹੀਆਂ ਟਿੱਪਣੀਆਂ ਅਜਿਹੇ ਲੀਡਰਾਂ ਵੱਲੋਂ ਕੀਤੀਆਂ ਜਾਣੀਆਂ ਜਿਨ੍ਹਾਂ ਦਾ ਕਿ ਆਪਦਾ ਜਿਹੜਾ ਹੈਗਾ ਬੈਕਗਰਾਊਂਡ ਹੈ, ਜਿਹੜੀ ਜੋ ਉਹਨਾਂ ਦੇ ਹਾਲਾਤ ਨੇ, ਜੋ ਕੁੱਟ ਕੇ ਹਰ ਚੀਜ਼ ਨਾਲ, ਕਰਪਸ਼ਨ ਨਾਲ, ਮਾੜੇ ਅਖਲਾਕ ਨਾਲ ਹਰ ਚੀਜ਼ ਭਰੀ ਹੋਈ ਹੈ। ਇਹੋ ਜਿਹੇ ਬੰਦੇ ਮਤਲਬ ਜਦੋਂ ਬਿਆਨ ਦਿੰਦੇ ਆ ਤਾਂ ਦੁੱਖ ਹੁੰਦਾ। ਤਾਂ ਮੈਨੂੰ ਮਤਲਬ ਬਹੁਤ ਦੁੱਖ ਹੋਇਆ ਇਹਨਾਂ ਦੇ ਮਤਲਬ ਇਸ ਬਿਆਨਾਂ 'ਤੇ, ਤਾਂ ਹੀ ਉਸ ਕਰਕੇ ਮੈਂ ਟਿੱਪਣੀ ਕੀਤੀ ਸੀ। ਅੱਜ ਤੁਸੀਂ ਆਏ ਹੋ, ਆਪਾਂ ਖੁੱਲ੍ਹ ਕੇ ਕਰਾਂਗੇ ਇਹਦੇ ਬਾਰੇ ਗੱਲਬਾਤ। ਖੁੱਲ੍ਹ ਕੇ ਕਰਨ ਦੀ ਤੁਸੀਂ ਗੱਲ ਕੀਤੀ ਆ, ਮੈਂ ਚਾਹੁੰਦਾ ਕਿ ਇੱਕ ਵਾਰ ਤੁਸੀਂ ਦੱਸ ਦਿਓ, ਕਿਉਂਕਿ ਲੋਕਾਂ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦੀ ਚੰਗੀ ਛਵੀ ਬਣੀ ਹੈ। ਪਿਛਲੀ ਵਾਰ ਮੈਂ ਤੁਹਾਡੀ ਜਿਹੜੀ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਵੀ ਤੁਸੀਂ ਬੈਂਸ ਨੂੰ ਨਵੇਂ ਹੱਥੀ ਲਿਆ ਸੀ, ਹੁਣ ਵੀ ਤੁਸੀਂ ਕਹਿ ਰਹੇ ਹੋ ਕਿ ਖੁੱਲ੍ਹ ਕੇ ਗੱਲਾਂ ਕਰਾਂਗੇ। ਤੁਸੀਂ ਇੱਕ ਵਾਰੀ ਖੁੱਲ੍ਹ ਕੇ ਗੱਲ ਕਰੀਏ। ਦੇਖੋ ਜੀ, ਜੇ ਪਿੱਛੇ ਤੋਂ ਸ਼ੁਰੂ ਕਰੀਏ ਇਹਨਾਂ ਨੂੰ, ਠੀਕ ਹੈ। ਇਹ ਕਿਤੇ ਲੇਟ 70 ਜਾਂ ਅਰਲੀ 80 ਦੇ ਵਿੱਚ ਲੁਧਿਆਣੇ ਆਏ ਹੈ। 4 ਭਾਈ ਨੇ, ਫਾਦਰ ਇਹਨਾਂ ਦੇ ਹੈਗੇ ਆ, ਮਤਲਬ ਅੱਛਾ ਨਾਮ ਸੀ ਇਹਨਾਂ ਦੇ ਫਾਦਰ ਦਾ। ਗਾਂ ਇਹਨਾਂ ਨੇ ਜੋ ਕੀਤਾ ਉਹ ਤਾਂ ਦੁਨੀਆ ਨੂੰ ਸਭ ਨੂੰ ਪਤਾ ਹੀ ਹੈਗਾ। ਤਾਂ ਇਹਨਾਂ ਨੇ ਉਸ ਟਾਈਮ ਆਪਣਾ ਕੋਈ ਛੋਟਾ ਕਾਰੋਬਾਰ, ਜਿਹਨੂੰ ਇਹ ਨਟ ਕਟਿੰਗ ਦੇ ਅੱਡੇ ਕਹਿੰਦੇ ਸੀਗੇ, ਠੀਕ ਹੈ, ਉਹ 2 ਸ਼ੁਰੂ ਕੀਤੇ ਸੀਗੇ, ਜਿੱਥੇ ਕਿ ਇਹ ਵੱਡੇ ਕਰਦੇ ਸੀ ਭਰਾ ਕੰਮ ਜਿਹੜਾ।
ਤਾਂ ਉਹ ਜਦੋਂ ਉਹ ਟਾਈਮ ਸੀ, ਸਟਰਗਲ ਟਾਈਮ ਸੀ ਇਹਨਾਂ ਦਾ, ਠੀਕ ਹੈ। ਉਸ ਦੇ ਦੌਰਾਨ ਮਤਲਬ ਆਪਰੇਸ਼ਨ ਬਲੂ ਸਟਾਰ ਆਇਆ 84 ਦੇ ਵਿੱਚ। ਉਸ ਤੋਂ ਪਹਿਲਾਂ ਜਿਹੜੇ ਵੱਡੇ ਬੈਂਸ ਸਾਹਿਬ ਨੇ, ਇਹਨਾਂ ਦਾ ਹੁਲੀਆ ਮੇਰੇ ਵਰਗਾ ਹੀ ਹੁੰਦਾ ਸੀਗਾ। ਫਿਰ ਜਦੋਂ ਇਹ ਆਪਰੇਸ਼ਨ ਹੋਇਆ, ਉਦੋਂ ਚਲੋ ਇਹਨਾਂ ਨੂੰ ਕੋਈ ਆਪਣੇ ਇਹਨਾਂ ਦੇ ਅੰਦਰੋਂ ਕੋਈ ਆਵਾਜ਼ ਉੱਠੀ, ਜੋ ਵੀ ਇਹਨਾਂ ਨੇ ਅੰਮ੍ਰਿਤ ਛਕਿਆ, ਜਾਂ ਉਸ ਤੋਂ ਬਾਅਦ ਇਹ ਮਤਲਬ ਮਾਨ ਗਰੁੱਪ ਦੇ ਨਾਲ ਜਾਂ ਮਤਲਬ ਉਸ ਪਾਸੇ ਨੂੰ ਇਹਨਾਂ ਦਾ ਰੁਝਾਅ ਜਾਂ ਮਤਲਬ ਝੁਕਾਅ ਚੱਲ ਪਿਆ। ਫਿਰ ਇਹ ਮਤਲਬ ਉਹਨਾਂ ਦੇ ਮਤਲਬ ਬਿਹਾਫ 'ਤੇ ਇਹੀ ਅਗਲੇ ਇਹਨਾਂ ਨੇ ਆਪਣਾ ਪੋਲੀਟੀਕਲ ਗਰਾਊਂਡ ਜਿਹੜੀ ਬਣਾਉਣੀ ਸ਼ੁਰੂ ਕੀਤੀ, ਲੋਕਾਂ ਦੇ ਕੰਮਾਂ ਵਾਸਤੇ ਥਾਣਿਆਂ ਵਗੈਰਾ 'ਚ ਜਾਣਾ ਸ਼ੁਰੂ ਕੀਤਾ। ਤਾਂ ਜਦੋਂ 91 ਵਿੱਚ ਇਲੈਕਸ਼ਨ ਹੋਏ ਹੈ, ਜਿਹਦੇ ਵਿੱਚ ਮਾਨ ਸਾਹਿਬ ਨੂੰ ਬਹੁਤ ਵੱਡੀਆਂ ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਸੀਗੀ, ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਦੇਖ ਲਿਆ ਕਿ ਮਤਲਬ ਪੰਜਾਬੀ 'ਚ ਕਹਿੰਦੇ ਵੀ ਇਸ ਖੱਡ 'ਚ ਹੀ ਸਹਾ ਹੈ, ਵੀ ਜੋ ਕੁਛ ਹੈਗਾ ਇੱਥੇ ਹੀ ਕੰਮ ਦੀ ਚੀਜ਼ ਹੈ। ਅਤੇ ਫਿਰ ਇਹਨਾਂ ਨੇ ਅਕਾਲ ਤਖਤ ਸਾਹਿਬ ਜਾ ਕੇ, ਇਹਦੇ 'ਚ ਕੁਛ ਉਸ ਟਾਈਮ ਸ਼ਾਇਦ ਹੀਰਾ ਸਿੰਘ ਗਾਬੜੀਆ, ਕੋਈ ਮਿਸਟਰ ਡੰਗ ਨੇ, ਕੋਈ ਹੋਰ ਸਰਜਨ ਸਿੰਘ ਠੇਕੇਦਾਰ, ਵੀ ਕੁਛ ਮਤਲਬ ਨੋਨ ਬੰਦੇ ਸੀ ਜਿਹੜੇ ਉਸ ਟਾਈਮ ਦੀ ਪੋਲੀਟਿਕਸ ਦੇ, ਅਕਾਲੀ ਦਲ ਦੇ। ਇਹਨਾਂ ਨੇ ਅਕਾਲ ਤਖਤ ਸਾਹਿਬ 'ਤੇ ਜਾ ਕੇ ਮਤਲਬ ਇਹ ਸਹੁੰ ਖਾਧੀ ਕਿ ਅਸੀਂ ਜਿਹੜਾ ਮਾਨ ਗਰੁੱਪ ਹੈ ਜਾਂ ਸਿਮਰਜੀਤ ਸਿੰਘ ਮਾਨ ਹੈ, ਇਹਦੇ ਨਾਲ ਅਸੀਂ ਮਤਲਬ ਹਮੇਸ਼ਾ ਵਾਸਤੇ ਰਹਾਂਗੇ। ਤਾਂ ਬਾਕੀ ਸਮਾਂ ਪਾ ਕੇ ਬਾਕੀ ਲੋਕ ਤਾਂ ਵਾਪਸ ਆ ਗਏ, ਪਰ ਇਹ ਉਹਨਾਂ ਦੇ ਨਾਲ ਹੀ ਜੁੜੇ ਰਹੇ। ਉਹ ਜੁੜੇ ਰਹਿਣ ਦੀ ਕਹਾਣੀ ਇਹ ਦੱਸ ਦਿੰਦਾ ਕਿ ਪਹਿਲਾ ਕੰਮ ਕੀ ਇਹਨਾਂ ਨੂੰ ਫਾਇਦਾ ਹੋਇਆ ਉਹਨਾਂ ਦੇ ਨਾਲ ਜੁੜਨ ਦਾ। ਮਾਨ ਸਾਹਿਬ ਦਾ ਜਿਹੜੇ ਚਿੱਠੀ ਅੱਜ ਵੀ ਚੱਲਦੀ ਹੈ ਅਸੈਲਮ ਦੇ ਮਾਮਲੇ 'ਚ, ਅਤੇ ਉਦੋਂ ਵੀ ਚੱਲਦੀ ਸੀ। ਅਤੇ ਬੜੇ ਲੋਕ ਜਿਹੜੇ ਉਦੋਂ ਇਲੀਗਲ ਬਾਹਰ ਜਾਂਦੇ ਸੀ, ਤਾਂ ਮਤਲਬ ਉਹ ਲੈਟਰ ਦਿੰਦੇ ਸੀ, ਤਾਂ ਉਹਨਾਂ ਨੂੰ ਪੋਲੀਟੀਕਲ ਅਸੈਲਮ ਮਿਲਦੀ ਸੀ। ਤਾਂ ਇਹਨਾਂ ਨੇ ਪਹਿਲੀ ਕਮਾਈ ਦਾ ਸਾਧਨ, ਸਾਈਡ ਕਮਾਈ ਦਾ ਜਿਹੜੀ ਨਟ ਬੋਲਟਾਂ ਤੋਂ ਕਰਦੇ ਸੀ, ਇਹ ਉੱਥੋਂ ਤਾਂ ਇੱਥੇ ਪਹੁੰਚ ਨਹੀਂ ਸਕਦੇ ਸੀ। ਜਿਹੜਾ ਕਿ ਇਹਨਾਂ ਦਾ ਮਤਲਬ ਸ਼ੁਰੂ ਹੋਇਆ, ਜਿੱਥੋਂ ਅਸਲੀ ਆਪਾਂ ਕਹਿ ਸਕਦੇ ਹਾਂ ਸਾਈਡ ਬਿਜ਼ਨਸ, ਤਾਂ ਪਹਿਲਾਂ ਇਹ ਹੋਇਆ ਕਿ ਇਹਨਾਂ ਨੇ ਉਹ ਲੈਟਰ ਜਿਹੜੀ ਮਾਨ ਸਾਹਿਬ ਤੋਂ ਲੈ ਕੇ ਉਹਨੂੰ ਵੇਚਣਾ ਸ਼ੁਰੂ ਕੀਤਾ। ਪਹਿਲੇ ਰੇਟ ਸੀਗੇ $200, $100 ਇੱਥੇ ਲਿਆ ਜਾਂਦਾ ਸੀ, $100 ਜਦੋਂ ਬੰਦਾ ਪਹੁੰਚ ਜਾਂਦਾ ਸੀ ਉੱਥੋਂ ਉਦੋਂ ਲਿਆ ਜਾਂਦਾ ਸੀਗਾ। ਇਹ ਸਾਲ ਕੁ ਦੇ ਵਿੱਚ ਇਹ ਰੇਟ ਜਿਹੜਾ $1000 'ਤੇ ਪਹੁੰਚ ਗਿਆ। ਤਾਂ ਉਹ ਜਿਹੜਾ ਬਹੁਤ ਵੱਡਾ ਕਮਾਈ ਦਾ ਇੱਕ ਸਾਧਨ ਬਣਿਆ, ਜਿਹੜਾ ਕਿ ਕਾਫੀ ਜਿੰਨਾ ਚਿਰ ਇਮਾਨਦਾਰ ਨਾਲ ਜੁੜੇ ਰਹੇ ਹੈ, ਉਹਨਾਂ ਚਿਰ ਹੀ ਉਹ ਚੱਲਦਾ ਰਿਹਾ ਲੰਬਾ ਸਮਾਂ, 6-7 ਸਾਲ ਜਿੰਨਾ ਚਿਰ ਇੱਧਰ ਨਹੀਂ ਆਏ ਇਹ ਅਕਾਲੀ ਦਲ ਵੱਲ, ਠੀਕ ਹੈ। ਇੱਕ ਤਾਂ ਉਹ ਹੋ ਗਿਆ ਜੀ ਮੇਨ ਇਹਨਾਂ ਦੀ ਕਮਾਈ ਦਾ ਸਾਧਨ ਵੱਡਾ। ਫਿਰ ਸਭ ਤੋਂ ਵੱਡੀ ਲਾਟਰੀ ਇਹਨਾਂ ਦੀ ਉਦੋਂ ਨਿਕਲੀ ਜਦੋਂ ਕਿ ਇਹਨਾਂ ਦੇ ਸਭ ਬਲਵਿੰਦਰ ਬੈਂਸ ਤੋਂ ਛੋਟਾ ਜਿਹੜੇ ਕਰਮਜੀਤ ਹੈ, ਮੈਨੂੰ ਉਹਦਾ ਪੂਰਾ ਨਾਮ ਨਹੀਂ ਪਤਾ, ਉਹਨਾਂ ਦੀ ਸ਼ਾਦੀ ਹਰਜਿੰਦਰ ਸਿੰਘ ਲਾਲਾ, ਇੱਕ ਹਾਰਡਕੋਰ ਅੱਤਵਾਦੀ ਸੀ, ਉਹਨਾਂ ਦੀ ਲੜਕੀ ਨਾਲ ਹੋ ਗਈ। ਉਹ ਪਟਿਆਲੇ ਏਰੀਏ ਦੇ ਵਿੱਚ ਉਹਨਾਂ ਦਾ ਸ਼ਹਿਰ ਕਿਤੇ ਪਿੰਡ ਹੈਗਾ, ਅਤੇ ਮਤਲਬ ਉੱਧਰ ਆਪਰੇਟ ਕਰਦਾ ਸੀ। ਤਾਂ ਉਸ ਤੋਂ ਬਾਅਦ ਸਮਝ ਲਓ ਕਿ ਇਹਨਾਂ ਦੀ ਵੱਡੀ ਲਾਟਰੀ ਉਹ ਸ਼ੁਰੂ ਹੋ ਗਈ ਕਿ ਜੋ ਵੀ ਮਤਲਬ ਨੈਚੁਰਲੀ ਜਿਸ ਇਨਸਾਨ ਦੀ ਲੜਕੀ ਜਿਸ ਘਰ 'ਚ ਆ, ਉਹਦਾ ਤਾਂ ਉਹ ਚਾਹੁੰਦਾ ਹੀ ਹੋਊਗਾ ਸਭ ਕੁਛ। ਤਾਂ ਉਹ ਮਤਲਬ ਇਹਨਾਂ ਦਾ ਕਿੰਨੇ ਸਾਲ ਉਹ ਮਤਲਬ ਜਿਹੜਾ ਉਹ ਸਾਧਨ ਇਹਨਾਂ ਨੇ ਉਹਨੂੰ ਕਿਵੇਂ ਯੂਜ਼ ਕੀਤਾ, ਇਹ ਲੋਕ ਭਲੀ ਭਾਂਤੀ ਜਾਣਦੇ ਆ। ਫਿਰ ਉਸ ਤੋਂ ਬਾਅਦ ਜਦੋਂ ਐਨਕਾਊਂਟਰ ਵਿੱਚ ਉਹਨਾਂ ਨੂੰ ਮਰਡਰ ਹੋ ਗਿਆ, ਉਹਨਾਂ ਦਾ ਕਤਲ ਕਰ ਦਿੱਤਾ ਹੈਗਾ ਜਾਂ ਪੁਲਿਸ ਮੁਕਾਬਲੇ 'ਚ ਮਾਰੇ ਗਏ, ਤਾਂ ਉਦੋਂ ਵੀ ਮਤਲਬ ਰੋਹਿਤ ਚੌਧਰੀ SSP ਪਟਿਆਲਾ ਸੀ ਗਈ, ਅਤੇ ਇਹਨਾਂ ਨੇ ਬਹੁਤ ਟਰਾਈ ਟਰੂਈ ਕੀਤੀ ਸੀ ਜਾ ਕੇ ਵੀ ਉਹਦੀ ਡੈੱਡ ਬੋਡੀ ਲੈ ਕੇ ਆਈਏ, ਜੇ ਕਰੀਏ ਉਹ ਕਰੀਏ, ਉਹ ਤਾਂ ਨਹੀਂ ਮਿਲੀ। ਪਰ ਜੋ ਖਜ਼ਾਨਾ ਸੀਗਾ ਸਾਰਾ ਉਹ ਮਤਲਬ ਇਹਨਾਂ ਦੇ ਕੋਲ ਆ ਗਿਆ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਦੀਆਂ ਫੈਕਟਰੀਆਂ ਵੀ ਲੱਗ ਗਈਆਂ। ਉਸ ਤੋਂ ਬਾਅਦ ਇਹਨਾਂ ਦੀ ਹਰ ਤਰ੍ਹਾਂ ਦੀ ਜਿਹੜੀ ਹੈਗੀ ਡਿਵੈਲਪਮੈਂਟ ਸਟਾਰਟ ਹੋ ਗਈ। ਅਤੇ ਦੋ ਚੀਜ਼ਾਂ ਤੁਹਾਨੂੰ ਮੈਂ ਮੇਨ ਇਹਨਾਂ ਦੇ ਸਟਾਰਟਿੰਗ ਦੀਆਂ ਦੱਸਦਾ, ਬਾਕੀ ਹੋਰ ਅਗਲੀਆਂ ਵੀ ਦੱਸੂਗਾ। ਇਹ ਦੋ ਜਿਹੜੇ ਪਹਿਲੇ ਮੇਨ ਸੀ, ਇਹ ਸੀ ਪਹਿਲੀ ਉਹ ਅਸੈਲਮ ਦੀ ਕਮਾਈ ਦੇ ਵਿੱਚ ਹੀ ਜਿਹੜੀਆਂ ਤੁਸੀਂ ਗੱਲਾਂ ਦੱਸਦੀਆਂ ਬੜੇ ਗੰਭੀਰ ਇਲਜ਼ਾਮ ਨੇ, ਲੋਕਾਂ ਦੇ ਵਿੱਚ ਚੰਗੀ ਛਵੀ ਹੈ, ਤੁਸੀਂ ਪਰ ਗੰਭੀਰ ਇਲਜ਼ਾਮ ਲਗਾ ਰਹੇ ਹੋ। ਇਹ ਸਿਰਫ ਇਲਜ਼ਾਮ ਹੀ ਨੇ, ਕੋਈ ਰਾਜਨੀਤੀ ਤਾਂ ਨਹੀਂ ਇਹਦੇ ਵਿੱਚ, ਜਾਂ ਸੱਚਾਈ ਵੀ ਹੈ ਇਹਨਾਂ ਗੱਲਾਂ ਦੇ ਵਿੱਚ? ਦੇਖੋ, ਇਸ ਵਾਰ ਇਹ ਇੱਕਦਮ ਤੁਸੀਂ ਵੀ ਕੁਝ ਜਲਦੀ ਅੱਜ ਆਏ ਹੋ, ਅਤੇ ਮਤਲਬ ਮੇਰੀ ਕੋਈ ਇਹੋ ਜਿਹੀ ਕੋਈ ਤਿਆਰੀ ਨਹੀਂ ਸੀ। ਮੈਂ ਜੋ ਜਰਨਲ ਮੇਰੀ ਨੌਲੇਜ ਬਹੁਤ ਪੁਰਾਣੀ ਹੈਗੀ ਹੈ। ਮੈਂ ਉਹ ਪਹਿਲਾਂ ਦੂਜੇ ਕੇਸ ਵਿੱਚ ਜਿਹੜਾ ਆਸ਼ੂ ਵਾਲਾ ਤੁਸੀਂ ਜਾਣਦੇ ਲੱਗਿਆ ਰਿਹਾ, ਅਤੇ ਮੈਂ ਬਹੁਤਾ ਇੱਧਰ ਧਿਆਨ ਨਹੀਂ ਦਿੱਤਾ ਕਿਉਂਕਿ ਇਹਨਾਂ ਦਾ ਤਾਂ ਬਹੁਤ ਕੁਛ ਹੈਗਾ। ਤਾਂ ਮੈਂ ਅਗਲੀ ਵਾਰੀ ਜਦੋਂ ਬੈਠੂੰਗਾ ਮੈਂ ਫਿਰ ਫਾਈਲ ਲੈ ਕੇ ਹੀ ਬੈਠੂੰਗਾ। ਮੈਂ ਕਦੇ ਮੈਂ ਤੱਥਾਂ ਤੋਂ ਆਧਾਰਿਤ ਯਾਨੀ ਹੈ ਤੁਹਾਡੇ ਕੋਲ ਨਹੀਂ ਕਰਦੇ, ਬਿਲਕੁਲ ਹੈਗਾ। ਹੋਰ ਵੀ ਬਹੁਤ ਕੁਛ ਹੈਗਾ, ਹੋਰ ਆ ਰਿਹਾ ਮੇਰੇ ਕੋਲ, ਠੀਕ ਹੈ। ਉਹ ਹਰ ਚੀਜ਼ ਜਿਹੜੀ ਹੈਗੀ ਮੈਂ ਵਿਦ ਸਬੂਤ ਲੈ ਕੇ ਬੈਠੂੰਗਾ, ਕੋਈ ਐਵੇਂ ਮਤਲਬ ਕਰਨ ਵਾਲੀ ਗੱਲ ਨਹੀਂ ਹੈ। ਜੇਕਰ ਬੈਂਸ ਦੇ ਖਿਲਾਫ ਇੰਨੀਆਂ ਚੀਜ਼ਾਂ ਹੈਗੀਆਂ ਨੇ, ਜੇ ਤੁਸੀਂ ਵੀ ਕਿਤੋਂ ਲੈ ਕੇ ਆਓਗੇ ਤਾਂ ਇਹਦਾ ਮਤਲਬ ਰਿਕਾਰਡ 'ਚ ਕਿਤੇ ਪਈਆਂ ਨੇ, ਤਾਂ ਫਿਰ ਸਰਕਾਰ ਬੈਂਸ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ? ਕਿਉਂਕਿ ਬੈਂਸ ਖੁੱਲ੍ਹ ਕੇ ਸਰਕਾਰਾਂ ਦੇ ਖਿਲਾਫ, ਜੇਕਰ ਅਕਾਲੀ ਦਲ ਦੇ ਵਿੱਚ ਰਹੇ ਉਹ ਸਰਕਾਰ ਛੱਡ ਕੇ ਉਹਨਾਂ ਦੇ ਖਿਲਾਫ ਬੋਲਣ ਲੱਗ ਗਏ, ਹੁਣ ਕਾਂਗਰਸ ਦੇ ਖਿਲਾਫ ਬੋਲਦੇ ਨੇ, ਫਿਰ ਸਰਕਾਰਾਂ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀਆਂ? ਆਪਾਂ ਪਹਿਲੇ ਗੱਲ 'ਤੇ ਜਾਂਦੇ ਤੁਹਾਡੀ 'ਤੇ ਕਿ ਇਹਨਾਂ ਦੀ ਮਤਲਬ ਗਾਂ ਸਾਧਨ ਕੀ ਮਤਲਬ ਰਹੇ ਹੈ, ਇਹਦਾ ਮੈਂ ਬਾਅਦ ਦੱਸੂੰਗਾ। ਉਹ ਗੱਲ ਮੇਰੀ ਅਜੇ ਪੂਰੀ ਨਹੀਂ ਹੋਈ ਸੀਗੀ। ਫਿਰ ਮਤਲਬ ਇਹ ਕੌਂਸਲਰ ਬਣ ਗਏ, ਠੀਕ ਹੈ, ਵੱਡਾ ਬਾਅਦ ਸਿਮਰ ਬਾਅਦ ਵਿੱਚ ਬਣਦਾ। ਜਦੋਂ ਕੌਂਸਲਰ ਬਣ ਗਏ ਤਾਂ ਉਸ ਟਾਈਮ ਮਤਲਬ ਸੁਖਬੀਰ ਸਿੰਘ ਸੰਧੂ ਇੱਕ ਕਮਿਸ਼ਨਰ ਲੱਗੇ ਸੀ ਆ ਕੇ, ਅਤੇ ਉਦੋਂ ਕੋਈ ਪ੍ਰੋਬਲਮ ਆਈ ਸੀ। ਜਿਹੜੇ ਵਿਜੇ ਦਾਨਵ ਅੱਜ ਵੀ ਹੈਗਾ ਲੀਡਰ ਇਹਨਾਂ ਦੇ ਵਾਲਮੀਕੀ ਸਮਾਜ ਦੇ, ਅਤੇ ਦਰਾਵੜ ਸੀ ਉਹਨਾਂ ਦੀ ਪਿੱਛੇ ਡੈਥ ਹੋ ਗਈ। ਉਹ ਬੜੇ ਮਤਲਬ ਮੇਨ ਲੀਡਰ ਸੀਗੇ। ਉਹਨਾਂ ਦੀ ਕੋਈ ਪ੍ਰੋਬਲਮ ਆ ਗਈ ਕਾਰਪੋਰੇਸ਼ਨ ਨਾਲ, ਉਹਨਾਂ ਨੇ ਸਫਾਈ ਵਗੈਰਾ ਬੰਦ ਕਰ ਦਿੱਤੀ ਸੀ ਕਰਨੀ। ਉਦੋਂ ਫਿਰ ਮਤਲਬ ਇਹ ਕਿਸੇ ਰੈਫਰੈਂਸ 'ਤੇ ਮਤਲਬ ਉਹਨਾਂ ਦੀ ਨਾਲ ਰਿਸ਼ਤੇਦਾਰੀ ਕੱਢ ਕੇ ਸੁਖਬੀਰ ਸਿੰਘ ਸੰਧੂ ਨਾਲ, ਅਤੇ ਇਹਨਾਂ ਨੇ ਅਪਰੋਚ ਕੀਤਾ, ਅਤੇ ਉਹ ਸਫਾਈ ਦਾ ਠੇਕਾ ਜਿਹੜਾ 7.5 ਲੱਖ ਰੁਪਏ ਮਹੀਨਾ ਸੀ, ਉਹ ਵੀ ਇਹਨਾਂ ਨੇ ਆਪਣੇ ਖਾਤੇ ਪਵਾ ਲਿਆ, ਠੀਕ ਹੈ। ਬੈਂਸ ਵੱਡੇ ਬੈਂਸ ਨੇ, ਇਹ ਤਾਂ ਫਿਰ ਬਾਅਦ 'ਚ ਆਉਂਦਾ ਨਾ। ਤਾਂ ਉਹ ਕਮਾਈ ਵੀ ਸਿੱਧੀ ਇਹਨਾਂ ਦੇ ਆਉਣੀ ਸ਼ੁਰੂ ਹੋ ਗਈ।
ਫਿਰ ਇੱਕ MHC ਹੁੰਦੀ, ਮਹੱਲਾ ਹੈਲਥ ਕਮੇਟੀਆਂ, ਉਹਦੇ 'ਚ ਤੁਸੀਂ ਮੁਲਾਜ਼ਮ ਭਰਤੀ ਕਰ ਸਕਦੇ ਹੋ, ਜਿਹਦੇ 'ਚ 12,000 ਰੁਪਏ ਤਨਖਾਹ ਦੇਣੀ ਹੁੰਦੀ ਹੈ, ਅਤੇ ਜਿਹਦੇ 'ਚ 75% ਜਿਹੜੀ ਹੁੰਦੀ ਹੈ ਦੇਣੀ ਹੁੰਦੀ ਹੈ ਸਰਕਾਰ ਨੇ ਜਾਂ ਕਾਰਪੋਰੇਸ਼ਨ ਨੇ, 25% ਜਿਹੜੀ ਹੁੰਦੀ ਤੁਸੀਂ ਆਪਣੇ ਏਰੀਏ 'ਚੋਂ ਇਕੱਠਾ ਕਰਕੇ ਯੋਗਦਾਨ ਪਾਉਣਾ ਹੁੰਦਾ। ਉਹਦੇ 'ਚ ਫਿਰ ਇਹਨਾਂ ਨੇ ਵੱਡੇ ਵੱਡੇ ਰਜਿਸਟਰ ਲਾ ਕੇ ਆਪਦੀ ਮਰਜ਼ੀ ਨਾਲ 40 ਬੰਦੇ 50 ਬੰਦੇ ਮਤਲਬ ਜਿਹੜੇ ਕਿ ਹੁੰਦੇ ਹੀ ਨਹੀਂ, ਜਿਹਦਾ ਕੋਈ ਹੈ ਹੀ ਨਹੀਂ ਸੀਗਾ, ਉਹ ਸਾਰੇ ਮਤਲਬ ਸ਼ੋਅ ਕਰਕੇ ਉਹਦੇ 'ਚ ਜੋ ਮਤਲਬ ਮੇਨ ਕਰਪਸ਼ਨ ਜਿਹੜੀ ਹੈਗੀ ਹੈ ਉਹ ਉੱਥੋਂ ਮਤਲਬ ਇਹਨਾਂ ਦੇ ਜਿਹੜਾ ਮੁੱਢ ਬੇਟਾ ਇਹਨਾਂ ਦਾ ਵੱਜਿਆ ਉਹ ਹੈ। ਉਸ ਤੋਂ ਬਾਅਦ ਤਾਂ ਫਿਰ ਅਗਲੇ ਮੁੱਢ ਜਿਹੜੇ ਅਗਰ ਫੈਕਟਰੀਆਂ ਤੋਂ ਬਾਅਦ ਕਿਵੇਂ ਚੱਲੇ ਕੀ ਹੋਇਆ ਉਹ ਮੈਂ ਤੁਹਾਨੂੰ ਅਗਾਂਹ ਦੱਸਦਾ। ਤਾਂ ਉਹੀ ਮੈਂ ਤੁਹਾਨੂੰ ਦੱਸ ਰਿਹਾ ਕਿ ਬੈਂਸ ਦੇ ਖਿਲਾਫ ਫਿਰ ਕਾਰਵਾਈ ਕਿਉਂ ਨਹੀਂ ਕਰਦੀਆਂ ਸਰਕਾਰਾਂ? ਦੇਖੋ ਜੀ, ਬੈਂਸ ਪੂਰੀ ਜਿਹੜੇ ਇਹਨਾਂ ਨੇ ਆਪਣੇ ਆਪ ਨੂੰ ਇੱਕ ਪਾਵਰ ਹਾਊਸ ਬਣਾ ਲਿਆ, ਠੀਕ ਆ। ਇੱਕ ਤਾਂ ਉਹ ਇਲਾਕਾ ਜਿਹੜਾ ਹੈਗਾ ਸੀਗਾ ਉਹ ਪਿਛੜਿਆ ਅਤੇ ਗਰੀਬ ਲੋਕਾਂ ਦਾ ਏਰੀਆ ਹੈ, ਉੱਥੇ ਇਹਨਾਂ ਨੇ ਮਤਲਬ ਮੁਫਤ ਦੀ ਬਿਜਲੀ ਲੋਕਾਂ ਨੂੰ ਦੇ ਕੇ ਬਿਜਲੀ ਚੋਰੀ ਕਰਵਾ ਕੇ, ਮਤਲਬ ਬਿਜਲੀ ਚੋਰੀ ਕਰਵਾ ਕੇ, ਕਿਉਂਕਿ ਜੇ ਕੋਈ ਕਰੂਗਾ ਤਾਂ ਅਸੀਂ ਬੈਠੇ ਹਾਂ, ਠੀਕ ਹੈ। ਫਿਰ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਕੋਈ ਨਕਸ਼ਾ ਵਗੈਰਾ ਕੋਈ ਪਾਸ ਨਹੀਂ ਹੋਣ ਦਿੱਤਾ ਆਪਣੇ ਏਰੀਏ ਦੇ ਵਿੱਚ, ਲੋਕਾਂ ਨੂੰ ਫੈਸਿਲਿਟਾਈਜ਼ ਕੀਤਾ ਇਸ ਤਰੀਕੇ ਨਾਲ ਕਿ ਲੋਕ ਇਹਨਾਂ ਨੂੰ ਰੱਬ ਦਾ ਰੂਪ ਸਮਝਣ ਲੱਗ ਪਏ, ਠੀਕ ਹੈ। ਜ਼ਿਆਦਾ ਪੜ੍ਹਿਆ ਲਿਖਿਆ ਇਲਾਕਾ ਹੈ ਨਹੀਂ ਸੀਗਾ, ਠੀਕ ਹੈ। ਤਾਂ ਉਸ ਚੀਜ਼ ਦੇ ਬੈਨੀਫਿਟ 'ਚ ਇਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕਰ ਲਿਆ ਕਿ ਮਤਲਬ ਇੱਕ ਪਾਵਰ ਵਜੋਂ ਕਿ ਜਿੱਥੋਂ ਵੇਖੋ ਤੁਸੀਂ ਵੇਖੋ 2 ਵਾਰ ਇਹ ਵਿਰੋਧ 'ਚ ਹੁੰਦਿਆਂ ਹੋਇਆ MLA ਜਿੱਤੇ ਹੈ, ਠੀਕ ਹੈ। ਅਤੇ ਇਹ ਇੱਕ ਬਹੁਤ ਵੱਡੀ ਸਟਰੈਂਥ ਬਣਨ ਕਰਕੇ ਮਤਲਬ ਜਿਹੜੀਆਂ ਸਰਕਾਰਾਂ ਸਮੇਂ ਦੀਆਂ ਉਹ ਸਮਝਣ ਲੱਗ ਜਾਂਗੇ ਵੀ ਇਹਨਾਂ ਦੇ ਬੰਦਿਆਂ ਦੀ ਸਾਨੂੰ ਹੁਣ ਲੋੜ ਹੈ, ਠੀਕ ਹੈ। ਪਹਿਲਾਂ ਤਾਂ ਇਹਨਾਂ ਨੂੰ ਜਦੋਂ ਲਿਆਂਦਾ ਗਿਆ ਉਹਦੇ 'ਚੋਂ ਮਾਨ ਗਰੁੱਪ 'ਚੋਂ ਵਾਪਸ ਇੱਧਰ ਅਕਾਲੀ ਦਲ 'ਚ, ਉਦੋਂ ਵੀ ਇਹਨਾਂ 'ਤੇ ਪ੍ਰੈਸ਼ਰ ਪਾ ਕੇ ਲਿਆਂਦਾ ਗਿਆ, ਇਹ ਆਉਂਦੇ ਨਹੀਂ ਸੀਗੇ। ਪਹਿਲਾ ਪ੍ਰੈਸ਼ਰ ਇਹ ਪਾਇਆ ਗਿਆ ਕਿ ਜਿਹੜਾ ਕਮਲਜੀਤ ਕੜਵਲ ਹੈ ਉਹਦੀ ਫੈਕਟਰੀ 'ਤੇ ਰੇਡ ਕਰਵਾਇਆ ਗਿਆ, ਰੇਡ ਕਰਵਾਇਆ ਤਾਂ 1.5 ਕਰੋੜ ਦਾ ਮਤਲਬ ਉਹਨੂੰ ਜੁਰਮਾਨਾ ਕਰਤਾ। ਉਹਨੇ ਜਦੋਂ ਚੀਕਾਂ ਮਾਰੀਆਂ ਇਹਦੇ ਕੋਲ ਪਿੱਟਿਆ ਜਾ ਕੇ, ਇਹਨੇ ਉਹਦੀ ਕੋਈ ਖਾਸ ਪਰਵਾਹ ਨਹੀਂ ਕੀਤੀ। ਫਿਰ ਉਹਨਾਂ ਨੇ ਇਹਨਾਂ ਦੀ ਹੀ ਫੈਕਟਰੀ ਦੇ ਵਿੱਚ ਪੂਰੀ ਹੁਕਮ ਨਾਲ ਜਿਹੜੇ ਆਪਣੇ ਚੇਅਰਮੈਨ ਸੀਗੇ ਉਹਦੇ ਨਾਲ ਤੇ ਰੇਡ ਕਰਵਾ ਦਿੱਤਾ। ਫਿਰ ਜਿੱਥੇ ਇਹਨਾਂ ਦੇ ਅੰਦਰ ਇਹਨਾਂ ਨੇ ਆਪਣੇ ਟਰਾਂਸਫਾਰਮਰ ਲੁਕੋ ਕੇ ਜਦੋਂ ਲਾਏ ਹੋਏ ਫੈਕਟਰੀ 'ਚ, ਜਿਵੇਂ ਉੱਥੋਂ ਦੇ ਬਾਰੇ ਜਾਣਕਾਰੀ ਮੈਂ ਫਿਰ ਦੱਸੂਗਾ ਤੁਹਾਨੂੰ। ਅਤੇ ਉੱਥੇ ਜਦੋਂ ਉਹ ਪਹੁੰਚ ਗਏ ਮਤਲਬ ਰੇਡ ਕਰਨ ਵਾਸਤੇ, ਫਿਰ ਇਹਨੇ ਮਤਲਬ ਖੁਦ ਸਿੱਧਾ ਫੋਨ ਲਾਇਆ ਮਜੀਠੀਆ ਸਾਹਿਬ ਨੂੰ, ਠੀਕ ਹੈ, ਵੀ ਮਤਲਬ ਤੁਸੀਂ ਸਾਡੇ ਨਾਲ ਇੰਨਾ ਧੱਕਾ ਨਾ ਕਰੋ ਅਤੇ ਕਿਰਪਾ ਕਰਕੇ ਇਹਨਾਂ ਨੂੰ ਵਾਪਸ ਹੋ, ਜੇ ਤੁਸੀਂ ਹੁਕਮ ਕਰੋਗੇ ਅਸੀਂ ਤੁਹਾਡੇ ਨਾਲ। ਫਿਰ ਉਹ ਉੱਥੋਂ ਵਾਪਸ ਹੋਏ, ਉਹ ਫਿਰ ਇਹ ਉਦੋਂ ਬਾਅਦ ਅਕਾਲੀ ਹੋਏ। ਮਜੀਠੀਆ ਸਾਹਿਬ ਨੇ ਇਹਨਾਂ ਨੂੰ ਫਿਰ ਸ਼ਾਮਲ ਕਰਾਤਾ। ਆਹੋ, ਫਿਰ ਸ਼ਾਮਲ ਹੋ ਕੇ ਉਦੋਂ ਕੌਂਸਲਰ ਸੀਗੇ, ਉਦੋਂ ਬਾਅਦ ਫਿਰ MLA ਜਿੱਤੇ ਜੋ ਵੀ ਹੈ, ਮਤਲਬ ਤੁਹਾਡੇ ਸਾਹਮਣੇ ਹੈ। ਔਰ ਤੁਹਾਡੀ ਗੱਲ ਦਾ ਜਵਾਬ ਮੈਂ ਦਿੰਦਾ ਕਿ ਇਹ ਜਿਹੇ ਲੋਕ ਸਮੇਂ ਦੀ ਲੋੜ ਬਣ ਜਾਂਦੇ ਆ ਪੋਲੀਟੀਕਲ ਬੰਦਿਆਂ ਵਾਸਤੇ, ਉਹਨਾਂ ਨੂੰ ਸਪੋਰਟ ਹੁੰਦੀ ਹੈ ਹਰ ਵਾਰੀ ਜਦੋਂ ਇਲੈਕਸ਼ਨ ਹੁੰਦਾ ਤਾਂ ਉਹ ਬਿਲਕੁਲ ਉਹ ਹੁੰਦਾ ਵੀ ਪਤਾ ਨਹੀਂ 59 61 ਜੇ ਉਹ ਜਿਹੜੇ ਵੀ ਬੰਦੇ 1-2 ਜਿੱਤੇ ਹੈ ਤਾਂ ਮਤਲਬ ਉਹਦੀ ਕੀਮਤ ਹੁੰਦੀ ਹੈ। ਤਾਂ ਹਰ ਵਾਰ ਇਹ ਅਲੱਗ ਜਿੱਤਦੇ ਆ, ਇਸ ਕਰਕੇ ਮਤਲਬ ਇਹਨਾਂ ਦਾ ਇੱਕ ਪੋਲੀਟੀਕਲ ਵੈਲਿਊ ਬਣ ਗਈ। ਇਹਨਾਂ ਨੂੰ ਨਾ ਤਾਂ ਜਿਹੜੇ ਵੱਡੇ ਦਲ ਹੈ ਕਾਂਗਰਸ ਜਾਂ ਅਕਾਲੀ ਦਲ ਹੈ, ਨਾ ਤਾਂ ਉਹ ਇਹ ਚਾਹੁੰਦੇ ਕਿ ਇਹ ਬਹੁਤ ਵੱਡੇ ਲੀਡਰ ਬਣ ਜਾਣ, ਠੀਕ ਹੈ, ਅਤੇ ਨਾ ਹੀ ਉਹ ਚਾਹੁੰਦੇ, ਇਹਨਾਂ ਦੀ ਵੈਲਿਊ ਵੀ ਇਹਨਾਂ ਨੂੰ ਪਤਾ ਕਿ ਇਹਨਾਂ ਮਗਰ ਵੋਟ ਹੈ। ਉਹ ਵੋਟ ਇਹਨਾਂ ਮਗਰ ਉਦੋਂ ਤੱਕ ਸੀ ਜਦੋਂ ਲੋਕ ਇਹਨਾਂ ਦੇ ਮਗਰ ਕਿਉਂ ਲੱਗਦੇ ਨੇ, ਕਿਉਂਕਿ ਦੱਸਣ ਲੱਗੇ ਵੀ ਵੋਟ ਇਹਨਾਂ ਦਾ ਮਗਰ ਉਦੋਂ ਹੀ ਸੀ ਕਿ ਜਿੰਨਾ ਚਿਰ ਇਹਨਾਂ ਦੀ ਸੱਚਾਈ ਦੱਸਣ ਵਾਲਾ ਕੋਈ ਨਹੀਂ ਸੀ। ਅੱਜ ਤੱਕ ਇਹਨਾਂ ਬਾਰੇ ਕੋਈ ਖਿਲਾਫ ਇਹਨਾਂ ਦੇ ਬੋਲਿਆ ਹੀ ਕੋਈ ਨਹੀਂ ਹੈਗਾ। ਅੱਜ ਤੱਕ ਮੈਥੋਂ ਲੱਭ ਤੋਂ ਦੱਸ ਦਿਓ ਮੈਨੂੰ ਕੌਣ ਖੁੱਲ੍ਹ ਕੇ ਅੱਜ ਤੱਕ ਕਿਸੇ ਨੇ ਗੱਲ ਕੀਤੀ ਇਹਨਾਂ ਦੇ ਬਾਰੇ। ਜਦੋਂ ਲੋਕਾਂ ਨੂੰ ਇਹ ਪਤਾ ਲੱਗੂਗਾ ਉਹ ਨਾ ਇਹਨਾਂ ਨੂੰ ਗਾਂਹ ਵੋਟਾਂ ਪੈਣੀਆਂ, ਠੀਕ ਹੈ। ਇਹ ਬੰਦੇ 'ਤੇ ਜਿਹਦੇ 'ਤੇ ਬਲਾਤਕਾਰ ਦਾ ਇਲਜ਼ਾਮ ਹੋਵੇ, ਠੀਕ ਹੈ, ਅਤੇ ਉਸ ਨੂੰ ਇਲਜ਼ਾਮ ਨੂੰ ਇਹ ਚੈਲੰਜ ਹੀ ਨਾ ਕਰਦਾ ਹੋਵੇ, ਤਾਂ ਇਹਦੇ ਬਾਰੇ ਇੰਨੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਇਹ ਤਾਂ ਬਿਲਕੁਲ ਮਾਇਨੇ ਨਹੀਂ ਰੱਖਦੀ। ਮੈਂ ਇੰਨਾ ਹੀ ਹਲਕੇ ਬੰਦੇ ਜਿਨ੍ਹਾਂ 'ਤੇ ਇਹੋ ਜਿਹੇ ਇਲਜ਼ਾਮ ਹੋਣ ਅਤੇ ਉਹ ਚੁੱਪ ਕਰਕੇ ਹੁਣ ਚੁੱਪ ਕਰਨ ਦਾ ਮਤਲਬ ਹੈ ਕਿ ਅਸੀਂ ਕਬੂਲ ਕਰਦੇ ਹਾਂ, ਨਹੀਂ ਤਾਂ ਚੈਲੰਜ ਕਰਦਾ, ਉਹਨੂੰ ਕਹਿੰਦਾ ਉਹਨੂੰ ਲਿਆ ਕੇ ਆ ਜੋ ਕੋਈ ਹੈਗਾ। ਇਹ ਸਿੱਧਾ ਕਿ ਮਤਲਬ ਇਸ ਕਰਕੇ ਮੈਂ ਲਿਖਦਾ ਇਹਨਾਂ ਦੇ ਨਾਮ ਦੇ ਨਾਲ, ਕਿਉਂਕਿ ਜਦੋਂ ਉਹਨੇ ਇਲਜ਼ਾਮ ਲਾਇਆ ਇਹਨੇ ਉਹਨੂੰ ਚੈਲੰਜ ਨਹੀਂ ਕੀਤਾ, ਤੇ ਮਤਲਬ ਐਕਸੈਪਟ ਕਰ ਲਿਆ ਇਹਨੇ। ਤਾਂ ਇਹ ਚੀਜ਼ਾਂ ਦਾ ਲੋਕਾਂ ਨੂੰ ਹੁਣ ਤੱਕ ਪਤਾ ਨਹੀਂ ਸੀ। ਅਗਲਾ ਇਲੈਕਸ਼ਨ ਆਉਣ ਦਿਓ, ਜਿਹੜੀਆਂ ਚੀਜ਼ਾਂ ਤਾਂ ਤੁਸੀਂ ਗੱਲ ਕਰਦੇ ਹੋ ਇਹ ਆਪਦੀ ਜ਼ਮਾਨਤ ਜੇ ਬਚਾ ਗਏ ਤਾਂ ਮਤਲਬ ਤੁਸੀਂ ਐਵੇਂ ਸਮਝ ਜਾਏਗਾ। ਜਿਹੜੀਆਂ ਚੀਜ਼ਾਂ ਦੇ ਇਲਜ਼ਾਮ ਤੁਸੀਂ ਬੈਂਸ ਦੇ ਖਿਲਾਫ ਲਾ ਰਹੇ ਹੋ, ਕਈ ਤਰ੍ਹਾਂ ਦੇ ਇਲਜ਼ਾਮ ਲਾਏ ਆ, ਇਹੀ ਚੀਜ਼ਾਂ ਦੇ ਖਿਲਾਫ ਤਾਂ ਬੈਂਸ ਖੁਦ ਲੜ ਰਹੇ ਨੇ। ਉਹ ਵਿਖਾਉਣ ਨੂੰ ਲੜ ਰਹੇ ਨਾ, ਹਾਥੀ ਦੇ ਦੰਦ ਖਾਣ ਵਾਲੇ ਹੋਰ, ਵਿਖਾਉਣ ਵਾਲੇ ਹੋਰ। ਉਹ ਤਾਂ ਇਹਨਾਂ ਨੇ ਇੱਕ ਮਤਲਬ ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਵੀ ਸਾਡੀ ਐਡੀ ਵੱਡੀ ਗੱਲ 2 ਸੀਟਾਂ ਜਿੱਤ ਕੇ ਬਣ ਗਈ, ਫਿਰ ਇਹਨਾਂ ਨੇ ਮਤਲਬ ਆਪਣੀ ਅਗਲੀ ਗੇਮ ਖੇਡੀ ਵੀ ਹੁਣ ਤਾਂ ਫਿਰ ਆਪਾਂ ਪੰਜਾਬ 'ਚ ਵੀ ਜਾ ਸਕਦੇ ਹਾਂ। ਤਾਂ ਇਹਨਾਂ ਨੇ ਆਪਣੇ ਯੂਨਿਟ ਬਣਾਏ ਆਪਦੇ ਮਾਈਂਡ ਦੇ ਜੇ ਇਹਨਾਂ ਦੇ ਡਰਟੀ ਮਾਈਂਡ ਆ ਉਹ ਜਿਹੇ ਬੰਦੇ ਪੰਜਾਬ 'ਚੋਂ ਲੱਭ ਕੇ ਇਕੱਠੇ ਕਰਕੇ ਪ੍ਰਧਾਨ ਬਣਾਤੇ, ਠੀਕ ਹੈ, ਅਤੇ ਪਾਰਟੀ ਨੂੰ ਪਸਾਰਨਾ ਸ਼ੁਰੂ ਕਰ ਦਿੱਤਾ। ਮੇਰਾ ਅੱਜ ਇੱਥੇ ਬਹਿਣ ਦਾ ਕੋਈ ਇੱਕ ਜਾਂ ਬੋਲਣ ਦਾ ਕਾਰਨ ਇਹ ਵੀ ਬਣਦਾ ਕਿ ਚਲੋ ਜਿਹੜਾ ਆਸ਼ੂ ਵਾਲਾ ਮਾਮਲਾ ਸੀ, ਆਸ਼ੂ ਤਾਂ ਕਾਂਗਰਸ ਦਾ ਇੱਕ ਮਤਲਬ ਹੈਗਾ ਅਤੇ ਆਪਣੇ ਇਲਾਕੇ ਨੂੰ ਰਿਪਰੈਜ਼ੈਂਟ ਕਰਦਾ, ਇਹ ਤਾਂ ਪੰਜਾਬ 'ਚ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਜੇ ਇਹੋ ਜਿਹੇ ਬੰਦੇ ਪੰਜਾਬ ਲੈਵਲ 'ਤੇ ਕਾਮਯਾਬ ਹੋ ਜਾਣ ਅਤੇ ਫਿਰ ਇਹ ਪੰਜਾਬ ਦਾ ਤਾਂ ਬੇੜਾ ਹੀ ਕਰਕੇ। ਜੇ ਭਵਿੱਖ ਸਾਡਾ ਜੇ ਇਹ ਸਿਮਰਜੀਤ ਸਿੰਘ ਬੈਂਸ ਹੋਣ ਪੰਜਾਬ, ਠੀਕ ਹੈ, ਅਤੇ ਫਿਰ ਦੇਖ ਲਓ ਅਸੀਂ ਕਿੱਥੇ ਖੜਾ ਪੰਜਾਬ। ਤੇ ਮੈਂ ਤਾਂ ਇਸ ਕਰਕੇ ਮਤਲਬ ਇਹ ਚੀਜ਼ ਇੱਕ ਤੁਸੀਂ ਉਹਨਾਂ ਦੀ ਫੈਕਟਰੀ ਦੇ ਵਿੱਚ ਇੱਕ ਉਹਨਾਂ ਦੀ ਤੁਸੀਂ ਫੈਕਟਰੀ ਦੇ ਵਿੱਚ ਟਰਾਂਸਫਾਰਮ ਲੱਗਿਆਂ ਦੀ ਗੱਲ ਕਰ ਰਹੇ ਸੀ, ਉਹ ਕੀ ਸੀ? ਉਹ ਇਹਨਾਂ ਦੀ ਫੈਕਟਰੀ ਜਿਹੜੀ ਹੈਗੀ ਹੈ ਜੋ 8 ਮੀਟਰ ਲੱਗੇ ਹੋਏ ਆ, ਠੀਕ ਹੈ,
ਉਹ ਇੱਕ MDI ਸਿਸਟਮ ਹੁੰਦਾ, ਮੈਨੂੰ ਟੈਕਨੀਕਲੀ ਹੁਣ ਨਹੀਂ ਪਤਾ, ਅਗਲੀ ਵਾਰ ਤੁਹਾਨੂੰ ਦੱਸ ਦੂੰਗਾ, ਜਿਹਦੇ 'ਚ ਮੀਟਰ ਖਰਾਬ 2 ਕਰ ਦਿੰਦੇ ਆ, ਠੀਕ ਹੈ। ਉਹ ਮਤਲਬ ਉਹਦੀ ਰਿਪੇਅਰ ਕਰਾਉਣ ਲੱਗਿਆ, ਠੀਕ ਕਰਨ ਲੱਗਿਆ, ਚੇਂਜ ਕਰਨ ਲੱਗਿਆ, ਠੀਕ ਹੈ, ਮਹੀਨਾ ਉਹ ਟਾਈਮ ਨਿਕਲ ਜਾਂਦਾ, ਫਿਰ ਉਹ ਐਵਰੇਜ ਨਾਲ ਪਿਛਲੇ ਪੈਸੇ ਪੈ ਜਾਂਦੇ ਜਿੰਨੀ ਕਿ ਪਿਛਲੀ ਆਈ ਹੁੰਦੀ ਹੈ। ਤਾਂ ਐਵਰੇਜ ਬਿੱਲ ਹੀ ਦੇ ਰਹੇ ਇਹ, ਠੀਕ ਹੈ। 8 ਮੀਟਰ ਇੱਕ ਕੰਪਲੈਕਸ ਵਿੱਚ ਲੱਗਣੇ, ਇਹ ਕੋਈ ਛੋਟੀ ਗੱਲ ਹੈ। ਅਤੇ ਜਿਹੜਾ ਕੋਈ ਟਰਾਂਸਫਾਰਮਰ ਵਗੈਰਾ ਇਹਨਾਂ ਦਾ ਲੱਗਿਆ ਹੋਇਆ, ਉਹ ਤਾਂ ਹੁਣ ਅੰਦਰ ਕੋਈ ਜਾਊਗਾ ਤਾਂ ਉਹੀ ਹੋਊਗਾ ਨਾ। ਇਹ ਤਾਂ ਉਦੋਂ ਜਦੋਂ ਇਹਨਾਂ ਦੀ ਪਰਦਾ ਪੱਟਿਆ ਜਾਣ ਲੱਗਿਆ ਸੀਗਾ, ਤਾਂ ਉਦੋਂ ਇਹਨਾਂ ਨੇ ਉਹਨੂੰ ਇੱਕ ਵਾਰੀ ਸੇਵ ਕਰ ਲਿਆ। ਤਾਂ ਇੰਨੀ ਜ਼ਰੂਰ ਕਲੀਅਰ ਹੈ ਕਿ ਮਤਲਬ ਇਹ 8 ਮੀਟਰ ਉਸ ਫੈਕਟਰੀ ਵਿੱਚ ਲੱਗੇ ਹੋਏ ਆ। ਔਰ ਫੈਕਟਰੀ ਦੀ ਵੀ ਤੁਹਾਨੂੰ ਮੈਂ ਹੁਣ ਅਗਲੀ ਗੱਲ ਸੁਣਾ ਦਿੰਦਾ ਕਿ ਇਹਨਾਂ ਨੇ ਇੱਕ ਪੂਰੀ ਜਿਹੜੀ ਮਤਲਬ ਸਿਵਿੰਗ ਮਸ਼ੀਨ ਦੀ ਜਿਹੜੀ ਇੰਡਸਟਰੀ ਸੀਗੀ ਲੁਧਿਆਣੇ ਦੀ, ਉਹਨੂੰ ਤਕਰੀਬਨ ਖਤਮ ਕਰ ਦਿੱਤਾ। ਉਹ ਕਿਵੇਂ ਖਤਮ ਕਰ ਦਿੱਤਾ? ਕਿਉਂਕਿ ਇਹਨਾਂ ਦੇ ਕੰਪੀਟੀਸ਼ਨ 'ਚ ਕੋਈ ਨਹੀਂ ਖੜ ਸਕਦਾ। ਉਹ ਕਿਉਂ ਨਹੀਂ ਖੜ ਸਕਦਾ? ਇਹ ਸਕ੍ਰੈਪ ਜਿਹੜਾ ਕੱਚਾ ਮਾਲ ਜਿੱਥੋਂ ਤਿਆਰ ਹੁੰਦੀ ਹੈ ਮਸ਼ੀਨ, ਉਹ ਰੇਲਵੇ ਦਾ ਚੋਰੀ ਦਾ ਖਰੀਦਦੇ ਆ ਸਾਰਾ 100%। ਕੋਈ ਸਬੂਤ ਹੈ? ਬਿਲਕੁਲ ਹੈਗੇ, ਦੇਵਾਂਗੇ ਸਬੂਤ, ਠੀਕ ਆ। ਉਹ ਸਾਰਾ ਚੋਰੀ ਦਾ ਉਹ ਖਰੀਦਦੇ ਆ। ਉਹਦੇ ਬੋਗਸ ਬਿੱਲ ਥੋੜ੍ਹੇ ਬਹੁਤ ਬਣਾ ਕੇ ਉਹ ਪਾ ਦਿੰਦੇ ਆ। ਉਹਦੇ ਨਾਲ ਕੋਈ ਮੈਚਿੰਗ ਨਹੀਂ। ਇਹਦੀ 1.25 ਲੱਖ ਮਸ਼ੀਨ ਬਣਦੀ ਹੈ ਇੱਕ ਮਹੀਨੇ ਦੀ, ਅਤੇ 1.25 ਲੱਖ ਹੀ ਸਟੈਂਡ ਬਣਦਾ, ਠੀਕ ਹੈ। ਇਹ ਜਾਂਦਾ ਕਿਹਨੂੰ ਹੈ? ਊਸ਼ਾ ਨੂੰ ਅਤੇ ਸਿੰਗਰ ਨੂੰ। ਕਾਰਨ ਕਿ ਜਿਹੜੀ ਚੀਜ਼ ਮੈਂ ਵੈਸੇ ਉਦਾਹਰਨ ਦਿੰਦਾ, ਮਤਲਬ ਉਵੇਂ ਨਹੀਂ ਫਿਕਰ ਵੀ ਜਿਹੜੀ ਚੀਜ਼ 60 ਰੁਪਏ ਦੀ ਕਾਸਟ ਕਰਦੀ ਹੈ ਇਹਨਾਂ ਦੇ ਕੰਪੀਟੀਸ਼ਨ ਵਾਲੇ ਬੰਦਿਆਂ ਨੂੰ, ਠੀਕ ਹੈ, ਅਤੇ ਉਹ 62 ਜਾਂ 65 ਦੀ ਵੇਚਣਗੇ ਨਾ, ਅਤੇ ਇਹ 40 ਦੀ ਵੇਚ ਕੇ ਵੀ ਪ੍ਰੋਫਿਟ 'ਚ ਨੇ, ਠੀਕ ਹੈ। ਬਿਜਲੀ ਦਾ ਬਿੱਲ ਇਹਨਾਂ ਨੇ ਦੇਣਾ, GST ਇਹਨਾਂ ਨੇ ਦੇਣੀ, ਇਨਕਮ ਟੈਕਸ ਇਹਨਾਂ ਨੇ ਦੇਣਾ, ਸੇਲ ਟੈਕਸ ਇਹਨਾਂ ਨੇ ਦੇਣਾ, ਠੀਕ ਹੈ। ਅਤੇ ਐਡਾ ਵੱਡਾ ਕਰੋੜਾਂ ਰੁਪਏ ਦਾ ਘਪਲਾ। ਫਿਰ ਜ਼ਮੀਨਾਂ ਦੇ ਕਬਜ਼ਿਆਂ ਦੀਆਂ ਗੱਲਾਂ, ਠੀਕ ਹੈ। ਕੁਛ ਲੋਕ ਇਹਨਾਂ ਨੇ ਪੱਕੇ ਆਪਣੇ ਰੱਖੇ ਹੋਏ ਆ। ਜ਼ਮੀਨਾਂ ਦੀ ਤੁਸੀਂ ਗੱਲ ਕਰੋ, ਉਹਨਾਂ ਦਾ ਆਪਣਾ ਕਹਿੰਦੇ ਘਰ ਬੜਾ ਵੱਡਾ, ਉਹ ਖੁਦ ਹੀ ਅਮੀਰ ਇੰਨੇ ਨੇ, ਉਹਨਾਂ ਨੂੰ ਠੱਗੀਆਂ ਮਾਰਨ ਦੀ ਕੀ ਲੋੜ ਪਈ ਹੈ? ਅਮੀਰੀ ਤਾਂ ਹੁਣ ਤੁਸੀਂ ਦੇਖ ਲਿਆ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਹੈ ਵੀ ਕਿਸ ਤਰ੍ਹਾਂ ਦੇ ਅਮੀਰ ਨੇ। ਅਮੀਰ ਤਾਂ ਹੈਗੇ ਹੀ, ਕੋਈ ਸ਼ੱਕ ਨਹੀਂ। ਇਸ ਟਾਈਮ ਇਹ 4000 ਕਰੋੜ ਰੁਪਏ ਦੇ ਮਾਲਕ ਨੇ ਘੱਟੋ ਘੱਟ, ਠੀਕ ਹੈ। ਅਤੇ ਬੰਗਲੇ ਦੀ ਤੁਸੀਂ ਗੱਲ ਜਿਹੜੀ ਕੀਤੀ ਹੈ, ਉਹ ਇਹ ਹੈ ਕਿ 12 ਏਕੜ 'ਚ ਇਹਨਾਂ ਨੇ ਬੰਗਲਾ ਬਣਾਇਆ। ਉਹ ਬੰਗਲਾ ਨਹੀਂ, ਉਹ CM ਹਾਊਸ ਹੈ, ਕਿਉਂਕਿ ਉਹ ਭਵਿੱਖ ਦਾ CM ਆਪਣੇ ਆਪ ਨੂੰ ਸਮਝਦੇ ਹੀ ਹੈ। ਅਤੇ ਉਹਨਾਂ ਨੇ ਉਹ CM ਹਾਊਸ ਪਹਿਲ ਬਣਵਾ ਲਿਆ। ਤੁਹਾਨੂੰ ਲੱਗਦਾ ਕਿ ਸੁਪਨਾ ਪੂਰਾ ਹੋਊ ਸਿਮਰਜੀਤ ਸਿੰਘ? ਸੁਪਨਾ ਤਾਂ ਕਿਵੇਂ ਪੂਰਾ? ਜੇ ਸੁਪਨਾ ਇਹੋ ਜਿਹੇ ਪੂਰੇ ਹੋਣ ਲੱਗ ਪਏ ਤਾਂ ਫਿਰ ਰੱਬ ਹੀ ਰੱਖਾ ਦੁਨੀਆ ਦਾ, ਠੀਕ ਹੈ। ਸੁਪਨਾ ਤਾਂ ਨਹੀਂ ਪੂਰਾ ਹੋਊਗਾ, ਪਰ ਸੁਪਨਾ ਲਿਆ ਹੋਇਆ ਇਹਨਾਂ ਨੇ। ਤਾਂ 12 ਏਕੜ ਦੇ ਵਿੱਚ ਜਿਹੜਾ CM ਹਾਊਸ ਬਣਿਆ ਹੋਇਆ, ਉਹਦੇ ਵਿੱਚ 3.5 ਕਰੋੜ ਰੁਪਏ ਦੇ ਤਾਂ ਫੁੱਲ ਬੂਟੇ ਲਿਆ ਕੇ ਬੰਗਲੌਰ ਤੋਂ ਲਾਏ ਗਏ, 22 ਈਅਰ ਆਏ ਜਿਹੜੇ। 1.5 ਲੱਖ ਰੁਪਏ ਦੇ 1.5 ਕਰੋੜ ਰੁਪਏ ਦੀ ਜਿਹੜੀ ਸਿਰਫ ਉਹਦੀ ਪੇਮੈਂਟਸ ਦੇ ਵਿੱਚ ਪੱਥਰ ਲੱਗਿਆ ਹੋਇਆ। ਉਹ ਮੈਂ ਥੱਲੇ ਦੀ ਗੱਲ ਕਰ ਰਿਹਾ ਤੁਹਾਨੂੰ, ਜੋ ਉੱਥੇ ਕੀ ਬਣਿਆ ਕੀ ਨਹੀਂ ਤਾਂ ਕਿਸੇ ਨੇ ਵੇਖਿਆ ਨਹੀਂ ਹੋਇਆ, ਠੀਕ ਹੈ। ਤਾਂ ਉਮੀਦ ਹੈ ਕਿ 18-15 ਕਰੋੜ ਰੁਪਏ ਦਾ ਉਹਨਾਂ ਨੇ ਬਣਾ ਕੇ ਇੱਕ ਬੰਗਲਾ ਤਿਆਰ ਕੀਤਾ, ਕਿਉਂਕਿ ਭਵਿੱਖ ਦੇ CM ਹੈ, ਅਤੇ ਉਹ CM ਹਾਊਸ ਜਿਹੜਾ ਹੈਗਾ ਇਹਨਾਂ ਨੇ ਆਪਣੇ ਵਾਸਤੇ ਤਿਆਰ ਕੀਤਾ ਹੋਇਆ। ਇੱਕ ਤੁਸੀਂ ਬੈਂਸ ਦੇ ਖਿਲਾਫ ਮੁਕੱਦਮੇ ਦਰਜ ਕੀਤੇ ਕਿਸੇ ਸਰਕਾਰ ਨੇ ਇਹਨਾਂ ਦੇ ਖਿਲਾਫ? ਇਹਨਾਂ ਦੇ ਖਿਲਾਫ 12 ਮੁਕੱਦਮੇ ਦਰਜ ਹੈ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ। ਹਾਂ, 12 ਮੁਕੱਦਮੇ ਦਰਜ ਹੈ। ਔਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ 12 ਮੁਕੱਦਮਿਆਂ ਵਿੱਚੋਂ ਜਿਹੜਾ ਲਾਸਟ ਜਿਹੜਾ ਗੁਰਦਾਸਪੁਰ, ਤੁਹਾਨੂੰ ਯਾਦ ਹੋਣਾ, ਜਿਹੜਾ ਇਹਨਾਂ ਨੇ DC ਸਾਹਿਬ ਦੇ ਜਾ ਕੇ ਉਹ ਬੋਲੇ ਸੀ ਅਤੇ ਉਹਦੇ ਖਿਲਾਫ ਪਰਚਾ ਦਰਜ ਹੋਇਆ ਸੀਗਾ। ਉਹ DC ਵੀ ਸੀਨੀਅਰ ਅਫਸਰ ਅੱਜ ਦੀ ਡੇਟ 'ਚ ਮੌਜੂਦ ਨੇ, ਚੰਡੀਗੜ੍ਹ ਬੈਠੇ ਨੇ, ਠੀਕ ਹੈ। ਮਤਲਬ ਮੇਰੇ ਵਰਗਾ ਆਦਮੀ ਤਾਂ ਇੱਕ DSP ਹੋ ਕੇ ਵੀ ਲੜਾਈ ਲੜੀ ਜਾਂਦਾ, ਅਤੇ ਇਹ ਅਫਸਰ ਪਤਾ ਨਹੀਂ ਕਿਵੇਂ ਢਿੱਡ 'ਚ ਪਾ ਲੈਂਦੇ ਇਹੋ ਜਿਹੀਆਂ ਗੱਲਾਂ, ਠੀਕ ਹੈ। ਇਸ ਤੋਂ ਇਲਾਵਾ ਕਿਹੜੇ ਮਾਮਲੇ ਦਰਜ? ਪਹਿਲਾਂ ਮੈਂ ਤੁਹਾਨੂੰ ਇਹਦੇ 'ਤੇ ਦੱਸ ਦਿਆਂ ਵੀ ਅੱਜ ਦੀ ਡੇਟ ਵਿੱਚ ਵਾਰ-ਵਾਰ ਕਿਹਾ ਜਾਂਦਾ ਹੈ ਅਤੇ ਪਰਚਾ ਦਰਜ ਕਰੋ ਜੀ, ਇਹ ਖਿਲਾਫ ਬੋਲ ਪਿਆ ਜਿਹੜਾ ਹੁਣ ਨਵੇਂ ਕਾਂਡ ਵਿੱਚ। ਇਹ ਨਾ ਕਰੋ ਜੇ ਇੱਕ ਸਰਕਾਰ ਦੀ ਮਜਬੂਰੀ ਕੋਈ ਤਾਂ ਨਾ ਕਰਨ ਇਹ ਪਰਚਾ ਦਰਜ, ਜਿਹਦੇ ਵਿੱਚ ਇਹਦੀ ਬੇਲ ਰਿਜੈਕਟ ਹੋਈ ਹੈ। ਬੇਲ ਰਿਜੈਕਟ ਦੇ ਵਿੱਚ ਜੱਜ ਸਾਹਿਬ, ਸੈਸ਼ਨ ਜੱਜ ਜਿਹੜੇ, ਉਹਨਾਂ ਨੇ ਕਮੈਂਟ ਲਿਖੇ ਹੋਏ ਆ ਵੀ ਇਹਨੇ ਆਪਣੀ ਦੁਰਵਰਤੋਂ ਕੀਤੀ ਹੈ, ਠੀਕ ਹੈ, ਜਿਸ ਕਰਕੇ ਕਿ ਇਹਨੂੰ ਹਾਈ ਕੋਰਟ 'ਚ ਵੀ ਬੇਲ ਨਹੀਂ ਮਿਲਣੀ। ਇਹ ਹਾਈ ਕੋਰਟ ਗਿਆ ਹੀ ਨਹੀਂ ਹੋਇਆ। ਇਹਨੂੰ ਕਿਸ ਕਾਨੂੰਨ ਦੇ ਤਹਿਤ, ਮੈਂ ਵਾਰ-ਵਾਰ ਪੁੱਛਦਾ, ਮੈਂ ਫਿਰ ਅੱਜ ਤੁਹਾਡੇ ਥਰੂ ਬੇਨਤੀ ਕਰਨਾ ਚਾਹੁੰਦਾ ਮਾਨਯੋਗ CM ਸਾਹਿਬ ਨੂੰ ਵੀ ਇਹਨੂੰ ਕਿਉਂ ਖੁੱਲ੍ਹਾ ਛੱਡਿਆ ਹੋਇਆ, ਠੀਕ ਹੈ। ਇਹਦੇ ਤੋਂ ਨਾ ਘਬਰਾਓ, ਇਹਨਾਂ ਦੇ ਪੱਲੇ ਤੁਸੀਂ ਵੀ ਬੜੇ ਸੀਨੀਅਰ ਅਹੁਦੇ 'ਤੇ ਹੋ, ਪੁਲਿਸ ਦੇ ਵਿੱਚ ਬੜੇ ਸੀਨੀਅਰ ਅਹੁਦੇ 'ਤੇ ਹੋ, ਕੀ ਮਜਬੂਰੀ ਰਹਿੰਦੀ ਹੈ ਕਿ ਅਜਿਹੇ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ? ਮੈਂ ਉਹੀ ਗੱਲ ਆਪਣੀ ਪੂਰੀ ਕਰਨ ਲੱਗਿਆ ਵੀ ਮੈਂ ਇਹ ਅਪੀਲ ਹੀ ਕਰਨਾ ਚਾਹੁੰਦਾ ਹੈ ਕਿ ਮਤਲਬ ਇਹ ਮਜਬੂਰੀ ਇਹੀ ਹੈ ਨਾ, ਜਾਂ ਤਾਂ ਇਹਨੂੰ ਸਮਝਿਆ ਜਾਊਗਾ ਕਿ ਇਹ ਵੱਡਾ ਲੀਡਰ ਨਾ ਬਣ ਜਾਵੇ ਕਿਤੇ, ਠੀਕ ਹੈ। ਇਸ ਤਰ੍ਹਾਂ ਦੇ ਇਹ ਫੀਅਰਸ ਹੁੰਦੇ ਪੋਲੀਟੀਕਲ ਬੰਦਿਆਂ ਦੇ, ਠੀਕ ਹੈ। ਜਿਸ ਬੰਦੇ ਦੀ ਆਹ ਬੈਕਗਰਾਊਂਡ ਹੈ, ਠੀਕ, ਜੇ ਦੁਨੀਆ ਦੇ ਸਾਹਮਣੇ ਆ ਗਈ ਹੈ, ਅਗਲੀ ਵਾਰ ਇਹਨਾਂ ਦੀਆਂ ਜ਼ਮਾਨਤਾਂ ਵੀ ਨਹੀਂ ਮਤਲਬ ਜਿਹੜੀਆਂ ਹੈਗੀਆਂ ਜ਼ਬਤ ਹੋਣ ਤੋਂ ਕੋਈ ਬਚਾ ਸਕਦਾ। ਅਤੇ ਸਰਕਾਰ ਨੂੰ ਚਾਹੀਦਾ ਇਹਨੂੰ ਉਸ ਕੇਸ ਵਿੱਚ ਫੌਰਨ ਅਰੈਸਟ ਕਰਕੇ ਅੰਦਰ ਭੇਜੇ ਜਾਣ। ਦੇਖੋ, ਆਸ਼ੂ ਦੇ ਮਾਮਲੇ 'ਚ ਮਜਬੂਰੀ ਹੋ ਸਕਦੀ ਹੈ ਕਿ ਉਹ ਸੈਂਟਰ ਵਿੱਚੋਂ ਉਹਦਾ ਕੋਈ ਪ੍ਰੈਸ਼ਰ ਹੈ CM ਸਾਹਿਬ 'ਤੇ, ਇਹਨਾਂ ਦਾ ਕੀ ਪ੍ਰੈਸ਼ਰ ਹੈ, ਠੀਕ ਹੈ। ਉਹ ਤਾਂ ਮੰਨੀ ਗੱਲ ਵੀ ਮਿਨਿਸਟਰ ਹੈ ਜਾਂ ਕੋਈ ਕੁਝ ਵੀ ਗੱਲ ਸੀ, ਕਿਉਂਕਿ ਮੀਡੀਆ ਵੀ ਬਾਰ-ਬਾਰ ਪੁੱਛਦਾ ਰਿਹਾ ਕਿ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ। ਉੱਥੋਂ ਪੁਲਿਸ ਕਹਿੰਦੇ ਰੇਡ ਵੀ ਮਾਰਨ ਆਉਂਦੀ ਰਹੀ ਆ, ਪਰ ਇਹਨਾਂ ਨੇ ਉਲਟਾ ਗੁਰਦਾਸਪੁਰ ਜਾ ਕੇ ਧਰਨਾ ਲਾਤਾ, ਕਹਿੰਦੇ ਕਿ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ, ਮੈਨੂੰ ਗੁਰਦਾਸਪੁਰ ਮੈਂ ਆ ਜਾਣਾ, ਤੁਸੀਂ ਮੈਨੂੰ ਗ੍ਰਿਫਤਾਰ ਕਰੋ। ਫਿਰ ਵੀ ਪੰਜਾਬ ਪੁਲਿਸ ਨੇ ਗ੍ਰਿਫਤਾਰ। ਮੈਂ ਹੁਣ ਵੀ ਤੁਹਾਨੂੰ ਇਹ ਦੱਸਦਾ, ਮੇਰੇ ਕੋਲ ਸੀਨੀਅਰ ਕੁਛ ਅਫੀਸਰਸ ਦੀ ਜਿਹੜੀ ਮਤਲਬ ਹੁਣ ਦੀ ਜਿਹੜੀ ਲੇਟੈਸਟ ਇਹਨਾਂ ਦੋ ਪਿਛਲੇ ਦਿਨਾਂ ਦੀ ਜਿਹੜੀ ਕੋਈ ਮੇਰੇ ਕੋਲ ਜਾਣਕਾਰੀ ਉਹ ਇਹੀ ਹੈ ਕਿ ਇਹਨਾਂ ਨੂੰ ਮਤਲਬ ਪਰਚਾ ਦਰਜ ਕਰ ਦਿਓ ਅਤੇ ਅਰੈਸਟ ਨਹੀਂ ਕਰਨੇ। ਅਰੈਸਟ ਨਹੀਂ ਕਰਨੀ ਤਾਂ ਸਰਕਾਰ ਦਾ ਹੈ ਨਾ, ਮੇਰੇ ਵਰਗੇ ਬੰਦਿਆਂ ਨੂੰ ਤਾਂ ਇਹਨਾਂ ਦੇ ਕਹਿਣ 'ਤੇ ਸਸਪੈਂਡ ਕਰਕੇ। ਅੱਜ ਦੇਖੋ ਕਰੋਨਾ ਦੀ ਬਿਮਾਰੀ ਚੱਲ ਰਹੀ ਹੈ, ਠੀਕ ਹੈ, ਪੁਲਿਸ ਲੜ ਰਹੀ ਹੈ,
ਠੀਕ ਹੈ। ਮੈਂ ਆਪਣੀ ਨੌਕਰੀ ਦੇ ਸਿਖਰ 'ਤੇ ਬੈਠਾ ਹੋਇਆ, ਠੀਕ ਹੈ, ਸ਼ਰਮ ਮਹਿਸੂਸ ਕਰ ਰਿਹਾ ਆਪਣੇ ਘਰ ਦੇ ਵਿੱਚ ਵੀ ਆਹ ਸਮਾਂ ਸੀ ਕਿ ਲੋਕਾਂ ਦੀ ਸੇਵਾ ਕੀਤੀ ਜਾਂਦੀ ਜਾਂ ਆਪਣੀ ਜਿਹੜੀ ਡਿਊਟੀ ਨੂੰ ਵਧੀਆ ਤਰੀਕੇ ਨਾਲ ਕਰਕੇ ਕੁਛ ਮਤਲਬ ਸਮਾਜ ਦੇ ਯੋਗਦਾਨ ਭਲੇ ਵਾਸਤੇ ਪਾਇਆ ਜਾਂਦਾ। ਸੇਖੋਂ ਸਾਹਿਬ ਅੱਜ ਇਹਨਾਂ ਨੇ ਮੈਨੂੰ ਮਤਲਬ ਇੱਕ ਗਲਤ ਇਲਜ਼ਾਮ ਲਗਾ ਕੇ ਬਿਲਕੁਲ ਮਤਲਬ ਬਿਨਾਂ ਗਲਤ ਤੋਂ ਘਰ ਬਿਠਾਇਆ ਹੋਇਆ। ਇਸ ਪਾਪ ਦੇ ਹੱਕਦਾਰ ਜਿਹੜੇ ਲੋਕ ਆ ਉਹ ਸਮਾਂ ਆਉਣ 'ਤੇ ਭੁਗਤਣਗੇ। ਔਰ ਜਿਹੜੀ ਕਲੀਨ ਚਿੱਟ ਦੀ ਵੀ ਕਈ ਵਾਰੀ ਗੱਲ ਚੱਲਦੀ ਹੁੰਦੀ ਹੈ ਵੀ ਕਲੀਨ ਚਿੱਟ ਮਿਲ ਗਈ। ਕਲੀਨ ਚਿੱਟ ਸੀਐਮ ਸਾਹਿਬ ਨੇ ਕਿਉਂ ਦਿੱਤੀ ਆ ਉਹਦੇ ਬਾਰੇ ਤਾਂ ਮੈਂ ਅੱਗੇ ਵੀ ਕਿਹਾ ਸੀ, ਦੁਬਾਰਾ ਕੀ ਗੱਲ ਕਰਨੀ ਹੈ। ਪਰ ਮੈਂ ਗਿਆ ਸੀਗਾ ਇਸ ਕਰੋਨਾ ਦੇ ਸਿਸਟਮ ਤੋਂ ਪਹਿਲਾਂ ਕਮਿਸ਼ਨਰ ਸਾਹਿਬ ਕੋਲੇ, ਜਿੱਥੇ ਮੈਂ ਆਪਣੀ ਰਿਟਨ ਦਿੱਤੀ ਹੋਈ ਹੈ ਵੀ ਇਸ ਤਰ੍ਹਾਂ ਕਰਕੇ ਤੁਸੀਂ ਬਾਈ ਦੱਸੋ ਇਹਦੇ 'ਤੇ ਮੇਰੀ ਜਿਹੜੀ ਕੰਪਲੇਂਟ ਹੈ ਦੱਸੋ। ਉਹਨਾਂ ਨੇ ਫਿਰ ਮੈਨੂੰ ਸੁਝਾਅ ਦਿੱਤਾ ਵੀ ਤੁਸੀਂ ਇਹਨੂੰ ਰਹਿਣ ਦਿਓ, ਇਹਨੂੰ ਬੰਦ ਕਰ ਲਓ, ਠੀਕ ਹੈ। ਇਹ ਤਾਂ ਅਸੀਂ ਕਲੀਨ ਚਿੱਟ ਹੋ ਚੁੱਕੀ ਹੈ। ਅਗਰਵਾਲ ਸਾਹਿਬ ਨੇ ਵੀਰੇ, CP ਲੁਧਿਆਣਾ ਨੇ ਵੀਰੇ ਤੇ ਕਲੀਨ ਚਿੱਟ ਹੋ ਚੁੱਕੀ ਹੈ। ਮੈਂ ਉਹਨੂੰ ਕਿਹਾ ਵੀ ਕਲੀਨ ਚਿੱਟ ਤੁਸੀਂ ਦੇ ਦਿਓ, ਜੇ ਉਹਨਾਂ ਨੇ ਦੇਤੀ ਫਿਰ ਤਾਂ ਕੋਈ ਰੌਲਾ ਨਹੀਂ ਹੈਗਾ, ਤੁਸੀਂ ਦਿਓ ਕਲੀਨ ਚਿੱਟ, ਫਿਰ ਹੀ ਕਲੀਨ ਚਿੱਟ ਹੈ ਨਾ। ਰਿਕਾਰਡ ਤਾਂ ਤੁਹਾਡੇ ਕੋਲ ਪਿਆ, ਤੁਸੀਂ ਲਿਖ ਕੇ ਦਿਓ ਮੈਨੂੰ, ਕੋਈ ਦਿੱਕਤ ਨਹੀਂ ਹੈਗੀ। ਨਹੀਂ ਤਾਂ ਫਿਰ ਮਤਲਬ ਜੇ ਨਹੀਂ ਲਿਖ ਕੇ ਦਿਓਗੇ ਤਾਂ ਫਿਰ ਅਸੀਂ ਇਹਦੇ 'ਤੇ ਆਉਣ ਵਾਲੇ ਸਮੇਂ 'ਚ ਕੋਈ ਐਜੀਟੇਸ਼ਨ ਵੀ ਖੜੀ ਕਰੂੰਗਾ। ਮੈਂ ਸਿੱਧਾ ਹਾਈ ਕੋਰਟ ਨਹੀਂ ਜਾਊਂਗਾ, ਮੈਂ ਪਹਿਲਾਂ ਜਵਾਬ ਲੈ ਕੇ ਜਾਊਂਗਾ ਇਹਨਾਂ ਕੋਲ। ਪਰ ਹੁਣ ਵਿੱਚ ਆਹ ਚੀਜ਼ ਆ ਗਈ ਹੈ ਤਾਂ ਮਤਲਬ ਇਹ ਉਚਿਤ ਸਮਾਂ ਨਹੀਂ ਹੈਗਾ ਉਸ ਮੁੱਦੇ 'ਤੇ ਗੱਲ ਕਰਨ ਦਾ ਜਾਂ ਉਸ ਮੁੱਦੇ ਨੂੰ ਚੱਕਣ ਦਾ। ਜਦੋਂ ਹੀ ਪਰਮਾਤਮਾ ਇਸ ਸਟੇਟ ਨੂੰ, ਇਸ ਮੁਲਕ ਨੂੰ, ਇਸ ਦੁਨੀਆ ਨੂੰ ਇਸ ਚੀਜ਼ 'ਚੋਂ ਕੱਢੂਗਾ ਤੇ ਉਦੋਂ ਬਾਅਦ ਇਹ ਲੜਾਈਆਂ ਜਾਰੀ ਰਹਿਣਗੀਆਂ। ਜੇ ਅਸੀਂ ਵੀ ਤੰਦਰੁਸਤ ਰਹੇ ਤਾਂ ਇਹ 'ਚ ਕੀ ਪਤਾ ਕਿਹਨੇ ਰਹਿਣਾ ਤੇ ਕਿਹਨੇ ਨਹੀਂ ਰਹਿਣਾ। ਤਾਂ ਇਸ ਕਰਕੇ ਇਸ ਸਮੇਂ ਦੇ ਵਿੱਚ ਮੈਂ ਇਹ ਬਹਿਸ ਨੇ ਜੇ ਬਿਆਨ ਪੁਲਿਸ ਦੇ ਖਿਲਾਫ ਨਾ ਦਿੱਤਾ ਹੁੰਦਾ ਤਾਂ ਮੇਰਾ ਕੋਈ ਮਕਸਦ ਨਹੀਂ ਸੀ ਤੁਹਾਡੇ ਨਾਲ ਗੱਲ ਕਰਨ ਦਾ। ਤਾਂ ਜੋ ਇਸ ਟਾਈਮ ਪੁਲਿਸ ਕੰਮ ਕਰ ਰਹੀ ਹੈ ਉਹਦਾ ਮਨੋਬਲ ਉੱਚਾ ਕਰਨ ਦੀ ਲੋੜ ਹੈ। ਉਹਨਾਂ ਨੂੰ ਮਤਲਬ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਉਹਨਾਂ ਨੂੰ ਇਸ ਤਰ੍ਹਾਂ ਦੀ ਭਾਸ਼ਾ ਬੋਲ ਕੇ, ਠੀਕ ਹੈ, ਚੰਗਾ ਤਾਂ ਕਿਤੇ ਵੀ ਕੋਈ ਨਹੀਂ ਹੈਗਾ। ਅੱਜ ਕੱਲ੍ਹ ਕਿਤੇ ਵੀ ਕੋਈ ਗੱਲ ਚੱਲਦੀ ਹੈ ਤਾਂ ਉੱਥੇ ਪੁਲਿਸ ਦਾ ਇੱਕ ਅਕਸ ਹੈ ਵੀ ਪੁਲਿਸ ਨੇ ਇਹ ਧੱਕਾ ਕੀਤਾ ਹੋਣਾ, ਉਸ ਟਾਈਮ ਹਰ ਕੋਈ ਮੰਨ ਜਾਂਦਾ। ਮੈਂ ਕਹਿੰਦਾ ਵੀ ਠੀਕ ਹੈ, ਜਿੱਥੇ ਪੁਲਿਸ, ਪਹਿਲੀ ਗੱਲ ਤਾਂ ਪੁਲਿਸ ਉਹ ਧੱਕਾ ਨਹੀਂ ਕਰਦੀ ਜਿਹੜਾ ਕੱਲ੍ਹ ਨੂੰ ਕਿਤੇ ਜਵਾਬ ਦੇਣਾ ਪਵੇ, ਅਣਮਨੁੱਖੀ ਹੋਵੇ। ਜਿੱਥੇ ਵੀ ਇਹ ਚੀਜ਼ ਹੋਊਗੀ ਉਹਦੇ ਪਿੱਛੇ ਪੋਲੀਟੀਕਲ ਸਿਸਟਮ ਖੜਾ ਹੋਊਗਾ 90%। 10% ਕੋਈ ਬੇਵਕੂਫ ਅਫਸਰ ਹੋਊਗਾ ਤਾਂ ਉਹ ਆਪਣੇ ਸਿਰ 'ਤੇ ਗਲਤ ਕੰਮ ਕਰ ਸਕਦਾ। 90 ਪੈਸੇ ਇਹਦੇ ਪਿੱਛੇ ਪੋਲੀਟੀਸ਼ੀਅਨ ਹੀ ਹੁੰਦੇ ਆ। ਪਰ ਸੇਖੋਂ ਸਾਹਿਬ ਤੁਸੀਂ ਵੀ ਸਿਸਟਮ ਨਾਲ ਲੜੇ, ਤੁਹਾਡੇ ਗਨਮੈਨ ਵਾਪਸ ਲੈ ਲਏ, ਸਿਮਰਜੀਤ ਸਿੰਘ ਬੈਂਸ ਦੇ ਵੀ ਗਨਮੈਨ ਵਾਪਸ ਲੈ ਕੇ ਆ। ਤੁਹਾਨੂੰ ਲੱਗਦਾ ਕਿ ਇਹ ਸਹੀ ਹੈ? ਨਹੀਂ, ਗਨਮੈਨ ਵਾਪਸ ਲੈਣਾ ਤਾਂ ਕੋਈ ਹੱਲ ਹੀ ਨਹੀਂ ਸੀ। ਜਿਸ ਬੰਦੇ ਨੂੰ ਜੇਲ੍ਹ ਛੱਡਿਆ ਜਾ ਸਕਦਾ ਉਹਦੇ ਗਨਮੈਨ ਵਾਪਸ ਲੈਣ ਦੀ ਕੀ ਲੋੜ ਸੀ। ਔਰ ਦੂਜੀ ਗੱਲ, ਮੈਂ ਤੁਹਾਡੇ ਥਰੂ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਬੰਦੇ ਵੀ ਗਨਮੈਨ ਲੱਗਦੇ ਆ, ਹੁਣ ਜਿਹੜੇ ਬੰਦੇ ਨਾਲ ਗਨਮੈਨ ਦਾ ਕੰਮ ਕਰ ਰਹੇ ਸੀ ਉਹ ਉਹਨਾਂ ਨੂੰ ਇੱਕ ਵੱਖਰੇ ਔਰੇ 'ਚ ਇਹਨੇ ਬਣਾ ਲਿਆ ਵੀ ਤੁਸੀਂ ਮਤਲਬ ਆਪਾਂ ਲੜਾਈ ਲੜ ਰਹੇ ਹਾਂ ਇਨਸਾਫ ਦੀ ਅਤੇ ਤੁਸੀਂ ਉਹਦਾ ਪਾਰਟ ਹੋ। ਉਹ ਖੁਸ਼ੀ 'ਚ ਤਾਂ ਮਤਲਬ ਇਸ ਗੱਲ 'ਚ ਚੌੜੇ ਹੋ ਕੇ ਤੁਰੇ ਫਿਰਦੇ ਵੀ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ। ਇਹ ਸਾਡੇ ਤੋਂ ਜਿਹੜੀ ਮਤਲਬ ਇੱਕ ਤਰੀਕੇ ਨਾਲ ਕਿਸੇ ਨੂੰ ਮਤਲਬ ਇਲਜ਼ਾਮ ਲਾ ਕੇ ਕਿਸੇ 'ਤੇ ਉਹ ਕਰਨਾ, ਇਹਦੇ ਸਟਿੰਗ ਆਪਰੇਸ਼ਨ ਅੱਜ ਤੱਕ ਕਾਮਯਾਬ ਕਿਹੜੇ ਹੋਏ ਆ? ਇੱਕ ਵਾਰੀ ਕੈਮਰੇ ਸਾਹਮਣੇ ਆਉਂਦਾ ਉਦੋਂ ਬਾਅਦ ਕਿਹਨੂੰ ਅੰਜਾਮ ਤੱਕ ਲੈ ਕੇ ਗਿਆ, ਜਾਂ ਤਾਂ ਮਿੰਨਤਾਂ ਕਰਾ ਲੈਂਦਾ ਜਾਂ ਕਿਤੇ ਦੇ ਫਾਈਨੈਂਸ਼ੀਅਲ ਚੀਜ਼ਾਂ ਜਿਹੜੀਆਂ ਸੀ ਉਹਦੇ ਨਾਲ ਨਿਬੜ ਲੈਂਦੇ। ਹਰ ਜਗ੍ਹਾ ਇਸ ਸਿਸਟਮ 'ਚ ਕਰਦੇ, ਚੀਜ਼ ਕ੍ਰੀਏਟ ਕਰਦੇ ਆ, ਉਦੋਂ ਬਾਅਦ ਉਹਦੇ ਜਾਂ ਪੈਸਾ ਲੈ ਕੇ ਚੁੱਪ ਕਰ ਜਾਂਦੇ ਆ। ਆ ਜਿਹੜਾ ਟੋਲ ਪਲਾਜ਼ਾ ਹੈਗਾ, ਠੀਕ ਹੈ, ਇੱਥੇ ਜਾ ਕੇ ਇਹਨਾਂ ਨੇ ਧਰਨੇ ਲਾਏ ਸੀ। ਵੇਰਕਾ ਮਿਲਕ ਪਲਾਂਟ ਹੈਗਾ, ਉੱਥੇ ਜਾ ਕੇ ਇਹਨਾਂ ਧਰਨੇ ਲਾਏ ਸੀ। ਕੀ ਗੱਲ ਉਹ ਠੀਕ ਹੋ ਗਿਆ ਸਾਰਾ ਕੁਛ? DMC ਵਿੱਚ ਜਾ ਕੇ ਧਰਨੇ ਲਾਏ ਸੀ, ਉੱਥੇ ਇਹਨਾਂ ਨੂੰ ਮਹੀਨੇ ਆਉਣ ਲੱਗ ਪਏ, ਠੀਕ ਹੈ। ਹੁਣ ਮਤਲਬ ਇਹਨਾਂ ਦੇ ਘਰੇ ਪੈਸੇ ਪਹੁੰਚ ਜਾਂਦੇ ਤੇ ਹੁਣ ਚੁੱਪ ਨੇ। ਅੱਛਾ, ਇੱਕ ਗੱਲ ਮੈਂ ਹੋਰ ਦੱਸਣੀ ਚਾਹਾਂਗਾ ਜਿਹੜੀ ਮਤਲਬ ਇਹਨਾਂ ਦੀ ਪਾਰਟੀ ਦੀ ਮੈਂਬਰਸ਼ਿਪ ਬਾਰੇ ਹੈ। ਜਦੋਂ ਨੋਟਬੰਦੀ ਹੋਈ ਸੀ ਤਾਂ ਉਦੋਂ ਜਦੋਂ ਇਹਨਾਂ ਦਾ 2 ਨੰਬਰ ਦਾ ਪੈਸਾ ਇਨ ਕਰੋੜਾਂ ਦੇ ਵਿੱਚ ਹੈਗਾ, ਉਦੋਂ ਇਹਨਾਂ ਨੇ ਵਾਈਟ ਕਰਾਇਆ ਪਾਰਟੀ ਫੰਡ ਦੇ ਨਾਂ 'ਤੇ। ਉਹ ਪਾਰਟੀ ਫੰਡ ਦਾ ਇਹਨਾਂ ਨੇ ਕੀ ਫੰਡਾ ਬਣਾਇਆ ਹੋਇਆ? $100 ਤਾਂ ਇਹਨਾਂ ਨੇ ਫੀਸ ਰੱਖੀ ਹੋਈ NRIs ਤੋਂ, ਅਤੇ ਅਬਾਊਟ ਇੰਨੀ ਮਤਲਬ 20,000 ਤੋਂ ਘੱਟ ਜਿਹੜੀ ਹੈਗੀ ਹੈ ਕੋਈ ਇੱਥੋਂ ਤੱਕ ਇਹ ਡੋਨੇਸ਼ਨ ਇੱਥੋਂ ਵੀ ਲੈ ਸਕਦੇ। ਤਾਂ ਇਹਨਾਂ ਨੇ ਜਿਹੜੇ ਮਤਲਬ ਨੀਲੇ ਕਾਰਡਾਂ ਵਾਲੇ ਜਾਂ ਹੋਰ ਜਿਹੜੇ ਵੀ ਮਤਲਬ ਇਹਨਾਂ ਦੇ ਏਰੀਏ ਦੇ ਲੋਕ ਹੈਗੇ ਆ, ਉਹਨਾਂ ਤੋਂ ਇਹ ਕਰਵਾ ਕੇ ਵੀ ਅਸੀਂ ਤੁਹਾਨੂੰ ਰਾਸ਼ਨ ਕਾਰਡ ਦਿਵਾਉਣੇ ਆ ਜਾਂ ਮਤਲਬ ਕੋਈ ਤੁਹਾਡੇ BPL ਕਾਰਡ ਬਣਾਉਣੇ ਆ, ਉਹ ਸਾਰੇ ਉਹ ਇਕੱਠੇ ਕਰਕੇ ਦਫ਼ਤਰ ਬਣਾਇਆ ਹੋਇਆ ਇਹਨਾਂ ਨੇ ਇਸ ਕੰਮ ਵਾਸਤੇ। ਉਹਨਾਂ ਦੇ ID ਲੈ ਕੇ, ਉਹਨਾਂ ਦੇ ਮਤਲਬ ਆਧਾਰ ਕਾਰਡ ਲੈ ਕੇ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਆਪਣੇ ਤੌਰ 'ਤੇ ਬਣਾ ਲਈ। ਉਹ ਮੈਂਬਰਸ਼ਿਪ ਦੇ ਅਗੇਂਸਟ ਉਹ ਪੈਸੇ ਡੋਨੇਸ਼ਨ, ਠੀਕ ਹੈ, ਇੱਕ ਦਾ 20,000 ਤੋਂ ਘੱਟ ਵਿਖਾ ਕੇ ਉਹਦੇ ਵਿੱਚ ਇਹਨਾਂ ਨੇ ਨੋਟਬੰਦੀ ਵਿੱਚ ਸੈਂਕੜੇ ਕਰੋੜ ਰੁਪਏ ਜਿਹੜਾ ਹੈਗਾ ਉਹ ਵਾਈਟ ਕਰਾਇਆ। ਉਹ ਇੱਕ ਇਨਕੁਆਇਰੀ ਦਾ ਵਿਸ਼ਾ, ਅਤੇ ਆਉਣ ਵਾਲੇ ਸਮੇਂ 'ਚ ਇਹਦੀ ਇਨਕੁਆਇਰੀ ਕਰਾਉਣਗੇ ਤਾਂ ਉਹ ਪਤਾ ਲੱਗੂਗਾ ਪਾਰਟੀ ਫੰਡ ਦੇ ਨਾਂ 'ਤੇ ਕਿੰਨਾ ਪੈਸਾ ਇਹਨਾਂ ਨੇ ਮਤਲਬ ਆਪਣਾ ਜਿਹੜਾ 2 ਨੰਬਰ ਦਾ ਵਾਈਟ। ਇਲਜ਼ਾਮ ਬੜੇ ਗੰਭੀਰ ਲਗਾ ਰਹੇ ਹੋ ਸੇਖੋਂ ਸਾਹਿਬ। ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹ ਭੁਗਤਣੇ ਤਾਂ ਨਹੀਂ ਪੈ ਜਾਣਗੇ? ਕਿਉਂਕਿ ਹਾਈ ਕੋਰਟ ਦੇ ਵਿੱਚ ਵੀ ਤੁਹਾਨੂੰ ਚੈਲੰਜ ਜਾਂ ਕਿਤੇ ਹੋਰ ਅਕਸਰ ਸਿਮਰਜੀਤ ਸਿੰਘ ਬੈਂਸ ਖੁਦ ਇਲਜ਼ਾਮ ਭਲਾ ਲਗਾਉਂਦੇ ਰਹਿਣ, ਪਰ ਜੇਕਰ ਉਹਨਾਂ ਦੇ ਕੋਈ ਇਲਜ਼ਾਮ ਲਗਾਉਂਦੇ ਤਾਂ ਹਾਈ ਕੋਰਟ ਦਾ ਧਮਕੀ ਦਿੰਦੇ ਆ। ਫਿਰ ਜੇ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਤੱਕ ਕੋਈ ਤੱਤੀ ਹਵਾ ਲੱਗੀ ਤਾਂ ਮਤਲਬ ਮੈਂ ਤਾਂ ਇੱਕ ਸ਼ਾਇਦ ਚੰਗੇ ਕਾਜ਼ 'ਤੇ ਹੀ ਲੜਨ ਦੀ ਕੋਸ਼ਿਸ਼ ਕਰ ਰਿਹਾ, ਅਤੇ ਪਰਮਾਤਮਾ ਮੇਰੀ ਵੀ ਰਾਖੀ ਕਰੂਗਾ। ਅਤੇ ਜੇ ਇਹੋ ਜਿਹੇ ਮਤਲਬ ਚੋਰ ਚੱਕਿਆਂ ਨੂੰ ਵੀ ਮਤਲਬ ਪਰਮਾਤਮਾ ਨੇ ਹੁਣ ਤੱਕ ਬਚਾਇਆ, ਇਹਨਾਂ ਦਾ ਕਰਮ ਹੈ ਕੋਈ, ਠੀਕ ਹੈ। ਅਤੇ ਮੈਂ ਸੋਚਦਾ ਵੀ ਮੈਂ ਵੀ ਪਰਮਾਤਮਾ ਦੀ ਕਿਸੇ ਕਚਹਿਰੀ 'ਚ ਤਾਂ ਕੋਈ ਆਪਣੀ ਹਾਜ਼ਰੀ ਰੱਖਦਾ ਅਤੇ ਮੈਨੂੰ ਵੀ ਪਰਮਾਤਮਾ ਬਚਾਊਗਾ, ਪਰ ਮੈਂ ਸੱਚ ਬੋਲਣ ਤੋਂ ਨਹੀਂ ਰੁਕ ਸਕਦਾ। ਤੁਹਾਡਾ ਆਸ਼ੂ ਵਾਲਾ ਮਾਮਲਾ ਕਿੱਥੇ ਪਹੁੰਚਿਆ ਅਤੇ ਤੁਹਾਡੀ ਨੌਕਰੀ? ਇਹ ਦੋਵੇਂ ਚੀਜ਼ਾਂ ਨੂੰ ਹੀ ਆਪਾਂ ਹੁਣ ਬਹੁਤੀ ਤਵੱਜੋ ਨਾ ਦੇਈਏ, ਠੀਕ ਹੈ, ਕਿ ਮੈਂ ਅੱਗੇ ਕਹਿ ਕੇ ਹਟਿਆ ਕਿ ਕਰੋਨਾ ਦੀ ਚੀਜ਼ ਚੱਲਦੀ ਹੈ ਤਾਂ ਉਸ ਕਰਕੇ ਮੈਂ
ਨਹੀਂ ਚਲੋ ਫਿਰ ਵੀ ਇੱਕ ਵਾਰ ਦੱਸ ਦਿਓ ਕਿ ਤੁਹਾਡੀ ਜਿਹੜੀ ਸਸਪੈਂਸ਼ਨ ਚੱਲ ਰਹੀ ਸੀ ਹਾਂਜੀ ਉਹਦਾ ਕੀ ਬਣਿਆ? ਤੁਹਾਡੀ ਸਿਕਿਉਰਿਟੀ ਵਾਪਸ ਲੈ ਲਈ, ਤੁਹਾਡੇ ਹਥਿਆਰ ਵਾਪਸ ਲੈ ਲਏ? ਸਭ ਕੁਝ ਐਜ਼ ਇਟ ਇਜ਼। ਇਹ 2 ਗਨਮੈਨ ਮੇਰੇ ਕੋਲ ਹੈਗੇ, ਵੈਸੇ ਐਸੀ ਕੋਈ ਗੱਲ ਨਹੀਂ, ਹਥਿਆਰ ਵੀ ਹੈਗੇ, ਪਰ ਹੁਣ ਤਾਂ ਜਦੋਂ ਬੈਠੇ ਹੀ ਘਰੇ ਹੈਗੇ, ਕਿਤੇ ਜਾਣ ਦੀ ਲੋੜ ਹੀ ਨਹੀਂ ਹੈਗੀ, ਤਾਂ ਉਹ ਕੋਈ ਇਸ਼ੂ ਫਿਲਹਾਲ ਨਹੀਂ ਹੈਗਾ। ਪਿਛਲੀ ਵਾਰ ਜਦੋਂ ਮੈਂ ਤੁਹਾਡੇ ਨਾਲ ਇੰਟਰਵਿਊ ਕੀਤੀ, ਤੁਸੀਂ ਮੈਨੂੰ ਕਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਜੇ ਚੁੱਪ ਨੇ ਤਾਂ ਮੈਂ ਬੋਲ ਰਿਹਾ ਤਾਂ ਚੁੱਪ ਨੇ, ਪਰ ਨਵਜੋਤ ਸਿੰਘ ਸਿੱਧੂ ਹੁਣ ਬੋਲ ਪਿਆ, ਪਰ ਤੁਹਾਡੇ ਹੱਕ 'ਚ ਤਾਂ ਹਲੇ ਵੀ ਨਹੀਂ ਬੋਲੇ। ਠੀਕ ਹੈ, ਮੈਂ ਫਿਲਹਾਲ ਇਸ ਸਮੇਂ 'ਤੇ ਕੋਈ ਟਿੱਪਣੀ ਮੇਰੀ ਉਚਿਤ ਤਾਂ ਨਹੀਂ ਕਰਨੀ ਚਾਹੁੰਦਾ, ਪਰ ਮੈਂ ਜ਼ਰੂਰ ਅਫਸੋਸ ਹੈ ਮੈਨੂੰ ਇਸ ਗੱਲ ਦਾ ਕਿ ਜੇ ਉਹ ਬੋਲੇ ਸੀ, ਜਾਂ ਤਾਂ ਬੋਲਦੇ ਹੀ ਨਾ ਤਾਂ ਸਾਨੂੰ ਵੀ ਇੱਕ ਭੁਲੇਖਾ ਸੀਗਾ ਵੀ ਸਾਡੇ ਮਗਰ ਖੜੇ ਹੀ ਆ ਉਹ। ਪਰ ਜਦੋਂ ਉਹਨਾਂ ਨੇ ਆਪਣੇ ਇੰਨੇ ਲੈਕਚਰਸ ਜਾਂ ਉਹਨਾਂ ਦੇ ਆਏ ਆਪਣੇ ਚੈਨਲ ਦੇ ਉੱਤੇ, ਉਹਦੇ ਬਾਰੇ ਜ਼ਿਕਰ ਵੀ ਨਹੀਂ ਕੀਤਾ ਇਸ ਮਾਮਲੇ ਦਾ, ਤਾਂ ਜੋ ਨੈਚੁਰਲੀ ਮਤਲਬ ਜੇ ਇਹ ਲੜਾਈ ਮੈਂ ਲੜੀ ਸੀ, ਮੈਂ ਤਾਂ ਸਟਰੈਂਥ ਹੀ ਉਹਦੇ 'ਤੇ ਲੜੀ ਸੀ। ਅੱਜ ਮੈਂ ਮਹਿਸੂਸ ਕਰਦਾ ਵੀ ਮੈਂ ਭੁਲੇਖੇ 'ਚ ਸੀਗਾ ਸ਼ਾਇਦ, ਠੀਕ ਹੈ, ਪਰ ਮੈਂ ਲੜਾਈ ਤਾਂ ਜਿਹੜੀ ਲੜੀ ਹੈ ਤਾਂ ਹੁਣ ਕੋਈ ਮੇਰੇ ਪਿੱਛੇ ਖੜੇ ਜਾਂ ਨਾ ਖੜੇ, ਇਹ ਤਾਂ ਮੈਂ ਆਪਣੀ ਨੂੰ ਇਹਨੂੰ ਸਿਰੇ ਲੈ ਕੇ ਜਾਊਂਗਾ। ਖੁਦ ਵੀ ਨਹੀਂ ਸੰਪਰਕ ਕੀਤਾ ਨਵਜੋਤ ਸਿੰਘ ਸਿੱਧੂ ਨਾਲ? ਸੰਪਰਕ ਦੇ ਜਿਹੜੇ ਮੇਰੇ ਸੋਰਸਿਸ ਹੈਗੇ ਉਹਨਾਂ ਥਰੂ ਸੰਪਰਕ ਰਿਹਾ ਹੈ, ਪਰ ਮਤਲਬ ਮੈਂ ਕਹੂੰਗਾ ਕਿ ਮਤਲਬ ਮੈਂ ਹੁਣ ਇਹ 'ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਇਹ ਉਚਿਤ ਸਮਾਂ ਨਹੀਂ ਹੈ। ਸਮਾਂ ਹੁਣ 'ਤੇ ਜ਼ਰੂਰ ਕਦੇ ਕੋਈ ਜ਼ਰੂਰਤ ਹੋਊਗੀ ਤਾਂ ਗੱਲ ਕਰਾਂਗੇ, ਪਰ ਮੈਨੂੰ ਮਤਲਬ ਜੋ ਉਮੀਦ ਸੀ ਉਹ ਬਿਲਕੁਲ ਨਹੀਂ ਹੋਈ। ਅੱਗੇ ਜਾ ਕੇ ਤੁਹਾਨੂੰ ਉਮੀਦ ਹੈ? ਇਸ ਕਰਕੇ ਮੈਂ ਤੁਹਾਡੇ ਤੋਂ ਸਮਾਂ ਮੰਗ ਰਿਹਾ ਨਾ, ਵੀ ਜੇ ਉਮੀਦ ਹੈ ਤਾਂ ਉਹ ਦੇਖੋ ਕਿੱਡਾ ਵੱਡਾ ਨਾਮ ਹੈ ਉਸ ਬੰਦੇ ਦਾ, ਪਰਮਾਤਮਾ ਨੇ ਕਿੱਡੀ ਵੱਡੀ ਉਹਦੇ 'ਤੇ ਉਹ ਰੱਖੀ ਕਿਰਪਾ ਕਰਕੇ ਉਹਨੂੰ ਐਡਾ ਥਾਂ 'ਤੇ ਪਹੁੰਚਾਇਆ, ਕਿੱਡਾ ਉਹਦਾ ਦੁਨੀਆ 'ਚ ਨਾਮ ਹੈ, ਠੀਕ ਹੈ, ਅਤੇ ਉਹ ਕਿਵੇਂ ਵਿਚਰਦਾ ਆਉਣ ਵਾਲੇ ਸਮੇਂ ਵਿੱਚ। ਦੇਖੋ ਜੇ ਤੁਹਾਡੇ ਆਪਣੇ ਵਿਹੜੇ ਵਿੱਚ ਗੋਹਾ ਹੋਵੇ ਅਤੇ ਤੁਸੀਂ ਝਾੜੂ ਲੈ ਕੇ ਪਿੰਡ ਸਾਫ਼ ਕਰਨ ਤੁਰ ਪਓ, ਅਤੇ ਇਹ ਗੱਲ ਤਾਂ ਬਣਨੀ ਨਹੀਂ, ਠੀਕ ਹੈ। ਉਹ ਗੋਹਾ ਮੈਂ ਇਹਨੂੰ ਆਸ਼ੂ ਨੂੰ ਕਹਿੰਦਾ, ਠੀਕ ਹੈ, ਵੀ ਇਹ ਜੇ ਇਹਦੀ ਸਫਾਈ ਨਹੀਂ ਕਰਨੀ ਤਾਂ ਫਿਰ ਬਾਹਰ ਸਫਾਈ ਕਿੱਥੇ ਹੋਣੀ ਹੈ। ਤੇ ਚਲੋ ਦੇਖਦੇ ਹਾਂ, ਅਜੇ ਉਮੀਦ ਹੈ ਮੈਨੂੰ ਪਰਮਾਤਮਾ ਕੋਈ ਚੰਗਾ ਕਰੂਗਾ। ਇੱਕ ਜਦੋਂ ਪਿਛਲੀ ਵਾਰ ਇੰਟਰਵਿਊ ਕੀਤੀ ਉਹਦੇ ਵਿੱਚ ਤੁਸੀਂ ਇਹ ਵੀ ਗੱਲ ਕਹੀ ਸੀ ਕਿ ਆਸ਼ੂ ਤੇ ਬੈਂਸ ਆਪਸ 'ਚ ਮੇਲ ਜੋਲ ਹੈ। ਬਿਲਕੁਲ ਹੈਗਾ ਜੀ, ਇਹ ਤਾਂ ਸਾਰਾ ਕੋਈ ਸਬੂਤ ਇਹਦਾ ਵੀ ਹੈ? ਜਾਂ ਦੇਖੋ ਸਬੂਤ ਜਿਹੜੇ ਹੁੰਦੇ ਨਾ ਉਹ ਬੋਲਦੇ ਹੁੰਦੇ ਆ, ਠੀਕ ਹੈ, ਸਬੂਤਾਂ ਦੀ ਲੋੜ ਉੱਥੇ ਹਰ ਥਾਂ 'ਤੇ ਸਬੂਤ ਦੀ ਲੋੜ ਨਹੀਂ ਹੁੰਦੀ। ਇਹ ਜਿਹੜੀ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ, ਠੀਕ ਹੈ, ਇਹਦੇ 'ਚ ਡਾਕੂਮੈਂਟਰੀ ਤਾਂ ਚਲੋ, ਕਿਉਂਕਿ ਮੈਂ ਤੁਹਾਨੂੰ ਇਹ ਤਾਂ ਗੱਲ ਕਹਿ ਰਿਹਾ ਕਿਉਂਕਿ ਆਸ਼ੂ ਸ਼ੁਰੂ ਤੋਂ ਕਾਂਗਰਸ ਰਹੇ ਨੇ, ਇਹ ਪਹਿਲਾਂ ਜਿਵੇਂ ਤੁਸੀਂ ਦੱਸਿਆ ਮਾਨ ਦਲ 'ਚ ਰਹੇ, ਫਿਰ ਅਕਾਲੀ ਦਲ 'ਚ ਰਹੇ, ਪਰ ਇਹਨਾਂ ਦਾ ਕਾਂਗਰਸ ਦੇ ਵਿੱਚ ਹੈ ਨਹੀਂ ਸੀ ਕਿ ਆਪਸ ਦੇ ਵਿੱਚ ਮੇਲ ਜੋਲ ਜੋੜਿਆ ਜਾ ਸਕੇ। ਨਹੀਂ, ਇਹ ਇਹਨਾਂ ਦਾ ਆਸ਼ੂ ਨਾਲ ਮੇਲ ਜੋਲ ਜਿਹੜਾ ਹੈਗਾ ਕੌਂਸਲਰ ਵਾਲਾ ਹੈ, ਕਾਂਗਰਸ ਵਾਲਾ ਨਹੀਂ। ਇਹ ਭਾਈਚਾਰਾ ਹੈ, ਠੀਕ ਹੈ, ਇਹ ਇੱਕ ਨਸਲ ਹੈ ਸੇਮ, ਠੀਕ ਹੈ। ਉਹ ਆਪਣੀ ਪਾਰਟੀ 'ਚੋਂ ਬਹਿ ਕੇ ਲੜਿਆ ਅਤੇ ਇੱਥੋਂ ਤੱਕ ਪਹੁੰਚਿਆ। ਇਹਨਾਂ ਨੇ ਪਾਰਟੀ ਬਦਲ ਕੇ ਕਾਮਯਾਬੀ ਹਾਸਲ ਕੀਤੀ ਆ, ਉਹ ਇਹਨਾਂ ਦੀ ਇਹੀ ਕਲਾਕਾਰੀ ਹੈ, ਕਿਉਂਕਿ ਉਹਦੇ ਤੱਕ ਪੂਰੇ ਮਗਰ ਦਾ ਪਾਰਟੀ ਸੀ, ਇਹਨਾਂ ਮਗਰ ਕਰਪਸ਼ਨ ਸੀ, ਹਰ ਚੀਜ਼ਾਂ ਸੀਗੀਆਂ। ਇਹਨੂੰ ਛੁਪਾਉਣ ਵਾਸਤੇ ਇਹ ਵਾਰ-ਵਾਰ ਕਦੇ ਨਵਜੋਤ ਸਿੰਘ ਸਿੱਧੂ ਨਾਲ ਖੜਦੇ ਆ, ਕਦੇ ਆਪ ਵਾਲੇ ਨਾਲ ਖੜਦੇ ਆ, ਠੀਕ ਹੈ, ਕਦੇ ਭਗਵੰਤ ਮਾਨ ਨਾਲ, ਮਤਲਬ ਹਰ ਥਾਂ ਇਹਨਾਂ ਨੇ ਖੜੇ ਆ, ਠੀਕ ਹੈ। ਅਤੇ ਹੁਣ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਕੀ ਕਰਨਾ, ਪਰ ਮੈਨੂੰ ਉਮੀਦ ਨਹੀਂ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਕੋਈ ਵੈਲਿਊ ਰਹੂਗੀ ਜਾਂ ਕੋਈ ਪਾਰਟੀ ਚਾਹੂਗੀ ਕਿ ਇਹਨਾਂ ਨੂੰ ਲੈਣਾ, ਜਾਂ ਕਿਉਂਕਿ ਪਾਰਟੀਆਂ ਦੀ ਹਾਲਤ ਆਪਦੀ ਬਹੁਤ ਮਾੜੀ ਹੋਈ ਪਈ ਹੈ। ਹੁਣ ਕਰੋਨਾ ਦੇ ਵਿੱਚ ਦੱਸੋ ਮੈਨੂੰ, ਨਾ ਤਾਂ ਸਰਕਾਰ ਦੇ ਪੱਲੇ ਕੁਛ ਹੈਗਾ, ਠੀਕ ਹੈ, ਕੀ ਸਰਕਾਰ ਕਰ ਰਹੀ ਹੈ? ਇੰਨੇ ਟੈਕਸ ਦਿੰਦੇ ਅਸੀਂ ਦੁਨੀਆ ਭਰ ਦੇ, ਠੀਕ ਹੈ, ਉੱਠਣ ਤੋਂ ਲੈ ਕੇ ਸ਼ਾਮ ਤੱਕ, ਠੀਕ ਹੈ, ਅਤੇ ਅੱਜ ਅਸੀਂ ਮਤਲਬ ਕਿ ਬੇਸਿਕ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਵੀ ਸਰਕਾਰ ਪ੍ਰੋਵਾਈਡ ਨਹੀਂ ਕਰਾ ਸਕਦੀ। ਪੰਜਾਬ ਦੀ ਸਰਕਾਰ ਦਾ ਤਾਂ ਆਪਾਂ ਦੇਖੀ ਜਾਂਦੇ, ਸਰਕਾਰਾਂ ਬਾਕੀਆਂ ਵੀ ਦਾ ਵੀ ਇਹ ਹਾਲ ਹੈ। ਈਵਨ ਸੈਂਟਰ ਵੱਲੋਂ ਵੀ ਕੋਈ ਉਸ ਤਰ੍ਹਾਂ ਦੀ ਸਿਰਫ ਆਪਾਂ ਨੂੰ ਥਾਲੀਆਂ ਖੜਕਾਉਣ ਟਾਈਪ ਦਾ ਉਹ ਚੱਲ ਰਿਹਾ, ਕੋਈ ਮਦਦ ਤਾਂ ਕੋਈ ਕਿਸੇ ਦਾ ਉਹਨੂੰ ਦਿਖਾਈ ਦਿੱਤੀ ਨਹੀਂ, ਸਿਸਟਮ ਨੂੰ ਕਿਸੇ ਲੋਕ ਨੂੰ ਸਿੱਧੀ ਮਦਦ ਦਿਖਾਈ ਦੇਵੇ। ਤਾਂ ਇਸ ਕਰਕੇ ਮਤਲਬ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਜਵਾਬ ਜਿਹੜਾ ਸਮੇਂ ਦੇ 'ਚ ਹੀ ਹੈ, ਆਉਣ ਵਾਲੇ ਸਮੇਂ 'ਚ ਸਾਹਮਣੇ ਆਉਣਗੀਆਂ। ਇੱਕ ਬੈਂਸ ਦੀ ਜੇ ਗੱਲ ਕਰੀਏ, ਬੈਂਸ ਦਾ ਬੜਾ ਮਾਮਲਾ ਭਖਦਾ ਸੀ ਤਹਿਸੀਲਦਾਰ ਵਾਲਾ, ਉਹਦੇ ਬਾਰੇ ਤੁਸੀਂ ਕੁਝ ਜਾਣਦੇ ਹੋ ਜਾਂ ਕਿੱਦਾਂ, ਉਹਦੇ ਵਿੱਚ ਕੀ ਸੱਚਾਈ? ਹਾਂਜੀ, ਉਹ ਤਹਿਸੀਲਦਾਰ ਸਾਹਿਬ ਨਾਮ ਤਾਂ ਬੜਾ ਵੱਡਾ ਰੱਖਦੇ ਆ ਬੈਣੀਪਾਲ ਸਾਹਿਬ, ਪਰ ਉਹ ਪੈਰਵਾਈ ਉਵੇਂ ਨਹੀਂ ਕਰਦੇ। ਉਹ ਵੀ ਤਾਂ ਮੇਰੇ ਵਾਂਗੂ ਪੈਰਵਾਈ ਕਰ ਸਕਦੇ ਸੀ, ਉਹਨੂੰ ਤਾਂ ਕੁੱਟਿਆ ਸੀ, ਠੀਕ ਹੈ, ਮੇਰੇ ਨਾਲ ਤਾਂ ਕੋਈ ਇਹੋ ਜਿਹਾ ਮਸਲਾ ਨਹੀਂ, ਮੈਂ ਤਾਂ ਇਸ ਪਿੱਛੇ ਲੜਦਾ ਨਹੀਂ। ਪਰ ਸੇਖੋਂ ਸਾਹਿਬ ਗੱਲ ਤਾਂ ਇਹ ਹੈ ਨਾ ਕਿ ਕਿਸੇ ਦੇ ਉੱਪਰ ਹੱਥ ਚੱਕਦਾ ਕੋਈ ਬੰਦਾ ਤਾਂ ਮਜਬੂਰੀ 'ਚ ਚੱਕਦਾ। ਮਜਬੂਰੀ 'ਚ ਦੇਖੋ ਜੀ, ਇਹ ਗਲਤ ਕੰਮ ਕਰਾਉਂਦੇ ਸੀ, ਉਹ ਨਹੀਂ ਕਰਦਾ ਸੀ, ਮਜਬੂਰੀ ਤਾਂ ਆਹੀ ਸੀ। ਇਹਨਾਂ ਦਾ ਤਰੀਕਾ ਇਹ ਹੈ ਦਬਾ ਕੇ ਕੰਮ ਕਰਨ ਦਾ, ਠੀਕ ਹੈ, ਅਤੇ ਇਹਨਾਂ ਨੇ ਸੋਚਿਆ ਵੀ ਇੱਕ ਨੂੰ ਕੁੱਟਾਂਗੇ ਤਾਂ ਉਹਦਾ ਮੈਸੇਜ ਜਾਊਗਾ, ਇਵੇਂ ਕਰਦੇ ਆ ਇਹ, ਤਾਂ ਉਹ ਇਸ ਕਰਕੇ ਕੁੱਟਿਆ ਸੀਗਾ। ਔਰ ਇਹ ਨਹੀਂ ਸੀ ਕਿ ਉਹ ਕੰਮ ਜਿਹੜਾ ਕੋਈ ਗਲਤ ਕਰਦਾ ਸੀਗਾ, ਉਹ ਇਹਨਾਂ ਦੇ ਗਲਤ ਕੰਮ ਨਹੀਂ ਕਰਦਾ ਸੀ, ਪਰ ਮੈਂ ਉਸ ਬੰਦੇ ਨੂੰ ਕਮਜ਼ੋਰ ਗਿਣੂੰਗਾ ਕਿ ਉਹ ਆਪਣੀ ਲੜਾਈ ਜਿਹੜੀ ਹੈਗੀ ਹੈ ਆਪਣੇ ਸ਼ੈੱਲ ਵਿੱਚ ਬਹਿ ਕੇ ਲੜ ਰਿਹਾ, ਨੌਕਰੀ ਬਚਾ ਕੇ ਲੜ ਰਿਹਾ, ਠੀਕ ਹੈ, ਬਾਹਰ ਆਵੇ, ਠੀਕ ਹੈ, ਬੈਣੀਪਾਲ ਲਿਖਦਾ ਆਪਣੇ ਆਪ ਨੂੰ, ਠੀਕ ਹੈ, ਕੀ ਦਿੱਕਤ ਹੈਗੀ ਹੈ, ਸਭ ਕੁਛ ਬੜੀ ਵੱਡੇ ਜ਼ਿਮੀਂਦਾਰ ਹੈ, ਮਾਲਕ ਹਰ ਚੀਜ਼ ਦਾ, ਅਤੇ ਉਹ ਜਿਹੇ ਬੰਦੇ ਵੀ ਅੰਦਰ ਬਹਿ ਕੇ ਲੜਦੇ ਤਾਂ ਅਫਸੋਸ ਤਾਂ ਹੁੰਦਾ ਉਹਨੂੰ। ਮੈਂ ਤਾਂ ਮਲੰਗ ਆਦਮੀ ਹਾਂ, ਫਿਰ ਵੀ ਸਾਹਮਣੇ ਲੜ ਰਿਹਾ, ਲੱਭ ਲੈਣ ਮੇਰੀਆਂ ਪ੍ਰਾਪਰਟੀਆਂ, ਲੱਭ ਲੈਣ ਮੇਰੇ ਕੋਲ ਕੀ ਹੈਗਾ, ਠੀਕ ਹੈ, ਅਤੇ ਦੇਖ ਲੈਣ। ਮੈਂ ਤਾਂ ਬਿਲਕੁਲ ਡੰਗ ਦੇ ਜਿਹੜੇ 'ਤੇ ਬੈਠਾ ਸੀ, ਮੈਂ ਆਪ ਸਮਝਦਾ ਸੀ ਕਿੱਲਾ ਆਪਣਾ, ਉਹ ਵੀ ਹੈ ਨਹੀਂ ਅੱਜ ਦੀ ਡੇਟ ਵਿੱਚ ਤਾਂ ਮੇਰੇ ਕੋਲ। ਹੁਣ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਪੁਲਿਸ ਆਪਣੇ ਆਪ ਨੂੰ ਜੋਖਿਮ 'ਚ ਪਾ ਕੇ ਡਿਊਟੀ ਕਰ ਰਹੀ ਹੈ ਅਤੇ ਹਮਲੇ ਵੀ ਹੋ ਰਹੇ ਆ ਪੰਜਾਬ ਪੁਲਿਸ ਦੇ ਉੱਪਰ ਅਜਿਹੀ ਸਥਿਤੀ ਦੇ ਵਿੱਚ ਵੀ, ਕਿਉਂਕਿ ਇਸ ਵਾਰ ਜੇ ਦੇਖੀਏ ਤਾਂ ਪੰਜਾਬ ਪੁਲਿਸ ਦਾ ਬੜਾ ਚੰਗਾ ਅਕਸ ਲੋਕਾਂ ਨੇ ਸਾਹਮਣੇ ਆਇਆ, ਬੜਾ ਚੰਗੀ ਰੂਪ ਦੇਖਣ ਨੂੰ ਮਿਲਿਆ ਪੰਜਾਬ ਪੁਲਿਸ ਦਾ, ਬਹੁਤ ਜ਼ਿਆਦਾ ਹੈਲਪ ਕੀਤੀ ਹੈ, ਪਰ ਲੋਕ ਹਾਲੇ ਵੀ ਹਮਲੇ ਕਰਨੋਂ ਨਹੀਂ ਹਟਦੇ। ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਤੇ ਪੰਜਾਬ ਪੁਲਿਸ ਨੂੰ? ਮੈਂ ਤਾਂ ਪਹਿਲਾਂ ਪੰਜਾਬ ਪੁਲਿਸ ਨੂੰ ਦੇਖੋ, ਮੇਰਾ ਪਰਿਵਾਰ ਹੈ, ਠੀਕ ਹੈ, ਮੈਂ ਬੇਸਿਕਲੀ ਬਿਲੋਂਗ ਕਰਦਾ
मैं ਅਸੀਂ ਡਿਸਪਲਿਨ ਫੋਰਸ ਵੀ ਹੈਗੇ ਆ, ਠੀਕ ਹੈ। ਬੇਸ਼ੱਕ ਮੈਨੂੰ ਕਈ ਵਾਰੀ ਇਸ ਤੋਂ ਬਾਹਰ ਜਾਣਾ ਪਿਆ, ਉਹ ਇੱਕ ਹੁੰਦਾ ਕੁਝ ਬੰਦੇ ਉਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਤਾਂ ਉਹ ਚੀਜ਼ ਤੋਂ ਬਾਹਰ ਚਲੇ ਜਾਂਦੇ, ਪਰ ਅਸੀਂ ਇੱਕ ਡਿਸਪਲਿਨ ਫੋਰਸ ਹਾਂ। ਮੈਂ ਇਹੀ ਅਪੀਲ ਕਰਦਾ ਕਿ ਇਸ ਟਾਈਮ ਦੇ ਵਿੱਚ ਲੋਕਾਂ ਦੇ ਗੁੱਸੇ ਨੂੰ ਮਤਲਬ ਅੱਖੋਂ ਪਰੋਖੇ ਕਰਕੇ ਨਿਮਰਤਾ ਦੇ ਨਾਲ ਆਪਣੀ ਡਿਊਟੀ ਨੂੰ ਕੋਸ਼ਿਸ਼ ਕਰੋ ਕਰਨ ਦੀ। ਆ ਵੀ ਜਿਹੜਾ ਇੰਸੀਡੈਂਟ ਪਟਿਆਲੇ ਵਾਲਾ ਹੋਇਆ ਉਹਦੇ 'ਚ ਕੋਈ ਜਾਤੀ ਨਹੀਂ ਸੀ ਕੁਛ, ਠੀਕ ਹੈ। ਜੇ ਗੱਡੀ ਨਹੀਂ ਰੋਕ ਰਿਹਾ ਸੀ ਤਾਂ ਉਹਨੇ ਛੋਟੀ ਮਾਰਤੀ ਹੋਣੀ ਗੱਡੀ 'ਤੇ ਇਹਦਾ ਮਤਲਬ ਇਹ ਥੋੜ੍ਹਾ ਉਹਦਾ ਹੱਥ ਵੱਢ ਦਿੱਤਾ ਜਾਵੇ। ਅਤੇ ਇਸ ਕਰਕੇ ਪੰਜਾਬ ਪੁਲਿਸ ਦੇ ਸਾਰੇ ਵੀਰਾਂ ਨੂੰ, ਅਫਸਰਾਂ ਨੂੰ, ਹਰ ਇੱਕ ਨੂੰ ਬੇਨਤੀ ਹੈ ਕਿ ਅਸੀਂ ਲੜ ਰਹੇ ਹਾਂ। ਸਾਡੇ ਕੋਲ ਉਦਾਹਰਨ ਹੈ, ਉਹ ਜਿਹੜੇ ACP ਨਿਲ ਕੋਹਲੀ ਪਏ ਹੈ, ਠੀਕ ਹੈ, ਉਹਨਾਂ ਦੇ ਪਰਿਵਾਰ ਨੂੰ ਕਰੋਨਾ ਹੋਇਆ। ਇਸ ਤੋਂ ਵੱਡੀ ਕਿਹੜੀ ਲੜਾਈ, ਜ਼ਿੰਦਗੀ ਮੌਤ ਦੀ ਲੜਾਈ ਨਾਲ ਅਸੀਂ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਲੋਕਾਂ ਨੂੰ ਵੀ ਮਤਲਬ ਬੇਨਤੀ ਕਰਦੇ ਹਾਂ ਕਿ ਮਤਲਬ ਹਮੇਸ਼ਾ ਉਹ ਉਸ ਨੂੰ ਭੁੱਲ ਜਾਣ ਜਿਹੜਾ ਇੱਕ ਬਣਾਇਆ ਹੋਇਆ ਹੈਗਾ, ਠੀਕ ਹੈ। ਦਿਖਾਈ ਦਿੰਦੀ ਹੈ ਪੁਲਿਸ ਕਰਪਸ਼ਨ ਕਰਦੀ ਦਿਖਾਈ ਦਿੰਦੀ ਹੈ, ਬਾਕੀ ਡਿਪਾਰਟਮੈਂਟ ਜਿਹੜੇ ਹੈ ਕਰਪਸ਼ਨ ਕਰਦੇ ਦਿਖਾਈ ਨਹੀਂ ਦਿੰਦੇ। ਇਸ ਕਰਕੇ ਪੁਲਿਸ ਦਾ ਅਕਸ ਮਾੜਾ ਹੈ। ਪੁਲਿਸ ਇੰਨੀ ਮਾੜੀ ਨਹੀਂ ਹੈਗੀ, ਅਤੇ ਜੇ ਜਿੰਨੀ ਮਾੜੀ ਹੈਗੀ ਹੈ ਉਹ ਤਾਂ ਵੱਡਾ ਪਾਰਟ ਜਿਹੜਾ ਹੈਗਾ ਇਹ ਪੋਲੀਟੀਸ਼ਨਾਂ ਨੇ ਕੀਤਾ ਹੋਇਆ। ਇਹ ਪੋਲੀਟੀਕਲ ਸਿਸਟਮ ਜਿਹੜੇ ਹੈਗੇ ਆ ਸਾਰੇ, ਜਿਹੜੇ ਹੁਣ ਤੱਕ ਦੇ ਰਹੇ ਅੱਜ ਤੱਕ, ਉਹ ਸਾਰੇ ਹੀ ਇਸ ਚੀਜ਼ ਦੇ ਜ਼ਿੰਮੇਵਾਰ ਨੇ। ਅਤੇ ਮੈਂ ਤਾਂ ਇਹ ਕਹੂੰਗਾ ਕਿ ਜਿਹੜੇ ਬੰਦੇ ਅੱਜ ਤੱਕ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਜਾਂ ਰਾਜ ਸਭਾ ਦੀਆਂ ਪੌੜੀਆਂ ਚੜ੍ਹੇ ਆ, ਉਹ ਸਾਰੇ ਦੇ ਸਾਰੇ ਪੰਜਾਬ ਦੀ ਅੱਜ ਦੀ ਹਾਲਤ ਦੇ ਬਰਾਬਰ ਦੇ ਜ਼ਿੰਮੇਵਾਰ ਹੈ। ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਕਿਉਂਕਿ ਲੋਕ ਹਾਲੇ ਵੀ ਕਰਫਿਊ ਨੂੰ ਚੰਗੀ ਤਰ੍ਹਾਂ ਪਾਲਣ ਨਹੀਂ ਕਰ ਰਹੇ? ਲੋਕਾਂ ਨੂੰ ਸੰਦੇਸ਼ ਤਾਂ ਮੈਂ ਇਹਨਾਂ ਦੇ ਬੈਂਸਾਂ ਦੇ ਮਾਮਲੇ 'ਚ ਦੇਖੋ, ਮੈਂ ਕੋਈ ਲੀਡਰ ਤਾਂ ਹੈ ਨਹੀਂਗਾ, ਤਾਂ ਹੀ ਕਿ ਮੇਰੀ ਐਡੀ ਕੋਈ ਫੋਲੋਇੰਗ ਹੈ, ਨਾ ਮੈਂ ਇਸ ਲਾਈਨ ਦਾ ਬੰਦਾ ਹੈਗਾ। ਪਰ ਬਾਈ ਚਾਂਸ ਜਿਹੜੀ ਅੱਜ ਤੁਹਾਡੀ ਗੱਲ ਜਾ ਰਹੀ ਹੈ ਇਹ ਪੰਜਾਬ ਦੇ ਲੈਵਲ 'ਤੇ ਜਾਊਗੀ, ਤਾਂ ਮੈਂ ਪਹਿਲਾਂ ਤਾਂ ਸਿਰਫ ਸਾਰੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਇਹਨਾਂ ਤੋਂ ਬਚੋ। ਜਿਹੜੇ ਬੈਂਸ ਭਰਾ ਹੈਗੇ ਆ, ਇਹਨਾਂ ਤੋਂ ਬਚਣ ਦੀ ਲੋੜ ਹੈ। ਕਰੋਨਾ ਤੋਂ ਵੀ ਵੱਡੀ ਬਿਮਾਰੀ ਨੇ, ਠੀਕ ਹੈ। ਇੱਕ ਤਾਂ ਪੰਜਾਬ ਨੂੰ ਨਾ ਲੱਗ ਜਾਵੇ। ਕਰੋਨਾ ਤਾਂ ਪਰਮਾਤਮਾ ਨੇ ਬਚਾਉਣਾ, ਅਤੇ ਸਾਡੀ ਸੁਰੱਖਿਆ ਜਿਹੜੀ ਹੈਗੀ ਆ ਅਸੀਂ ਆਪ ਕਰਨੀ ਹੈ। ਇਹਨਾਂ ਤੋਂ ਸੁਰੱਖਿਆ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਜਿੰਨਾ ਭੈਣ ਭਰਾਵਾਂ ਨੂੰ ਕੋਈ ਭੁਲੇਖਾ ਹੋਵੇ, ਠੀਕ ਹੈ, ਉਹ ਮੇਰੇ ਨਾਲ ਜਦੋਂ ਮਰਜ਼ੀ ਫੋਨ 'ਤੇ ਕਰ ਸਕਦੇ। ਬਾਕੀ ਤਾਂ ਮੈਂ ਸਾਰੀਆਂ ਗੱਲਾਂ ਤੁਹਾਨੂੰ ਦੱਸ ਹੀ ਦਿੱਤੀਆਂ। ਇਸ ਤੋਂ ਬਾਅਦ ਅਗਲੀ ਵਾਰੀ ਸਾਰੇ ਸਬੂਤਾਂ ਨਾਲ ਆਊਂਗਾ। ਤਾਂ ਮਤਲਬ ਕਰੋਨਾ ਦੀ ਬਿਮਾਰੀ ਤੋਂ ਪਰਮਾਤਮਾ ਬਚਾਊਗਾ ਜਾਂ ਤੁਸੀਂ ਆਪਣੇ ਆਪ ਨੂੰ ਬਚਾਓਗੇ। ਅਤੇ ਇਹ ਜਿਹੜੀ ਬਿਮਾਰੀ ਹੈ ਇਹਦੇ ਤੋਂ ਵੀ ਪਰਮਾਤਮਾ ਜਿਹੜਾ ਹੈਗਾ ਪੰਜਾਬ ਨੂੰ ਬਚਾਵੇ। ਇਹ ਆਉਣ ਵਾਲੇ ਸਮੇਂ ਦੀਆਂ ਬਹੁਤ ਵੱਡੀਆਂ ਬਿਮਾਰੀਆਂ, ਇਹਨਾਂ ਤੋਂ ਬਚਣ ਦੀ ਮੈਂ ਸਾਰੇ ਪੰਜਾਬ ਨੂੰ ਅਪੀਲ ਕਰਦਾ। ਤੁਸੀਂ ਸੇਖੋਂ ਸਾਹਿਬ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਜਦੋਂ ਲੀਡਰ ਅਜਿਹੇ ਮੌਕੇ 'ਤੇ ਸਾਨੂੰ ਟਾਈਮ ਘਰੇ ਆ ਕੇ ਨਹੀਂ ਦੇ ਰਹੇ, ਪਰ ਤੁਸੀਂ ਸਾਨੂੰ ਟਾਈਮ ਦਿੱਤਾ, ਤਾਂ ਬਹੁਤ ਬਹੁਤ ਧੰਨਵਾਦ ਸੇਖੋਂ ਸਾਹਿਬ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਤਾਂ ਇਹ ਸਨ ਬਲਵਿੰਦਰ ਸਿੰਘ ਸੇਖੋਂ, ਜਿਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ ਦੇ ਜੀਵਨ ਦੇ ਉੱਪਰ ਚਾਨਣਾ ਪਾਇਆ ਕਿ ਕਿਵੇਂ ਇੱਕ ਆਮ ਆਦਮੀ ਤੋਂ ਸਿਮਰਜੀਤ ਸਿੰਘ 4000 ਕਰੋੜ ਰੁਪਏ ਦਾ ਮਾਲਕ ਬਣ ਗਿਆ। ਇਹਨਾਂ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਲੱਗੇ ਰਹਿਣਾ ਚਾਹੀਦਾ, ਡਿਊਟੀ ਕਰ ਲੈਣੀ ਚਾਹੀਦੀ ਹੈ ਵਧੀਆ ਤਰੀਕੇ ਨਾਲ, ਜਿਹੜਾ ਪੰਜਾਬ ਪੁਲਿਸ ਦੀ ਡਿਊਟੀ ਚੱਲ ਰਹੀ ਹੈ। ਅਤੇ ਨਾਲ ਹੀ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਲੋਕ ਆਪਣੇ ਘਰੇ ਰਹਿਣ ਤਾਂ ਜੋ ਕਰੋਨਾ ਨਾਮੀ ਭਿਆਨਕ ਬਿਮਾਰੀ ਨੂੰ ਮਾਤ ਪਾਈ ਜਾ ਸਕੇ। ਫਿਲਹਾਲ ਹੀ ਦਿਓ ਇਜਾਜ਼ਤ, ਧੰਨਵਾਦ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।